ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਪੰਜਾਬ ਦੇ ਇਲੈਕਸ਼ਨਸ ਨਾਲ, ਜਿੰਨੇ ਵੀ ਪ੍ਰੋਮੀਨੈਂਟ ਇੰਗਲਿਸ਼ ਦੇ ਅਖਬਾਰ ਨੇ ਜੀ, ਸਾਰਿਆਂ ਦੀ ਇੱਕੋ ਗੱਲ ਕਿ ਬੀਜੇਪੀ ਰਾਊਟਡ ਐਮਿਡ ਫਾਰਮਰਸ ਪ੍ਰੋਟੈਸਟ। ਕਹਿਣ ਤੋਂ ਭਾਵ ਵੀ ਕਿਸਾਨੀ ਸੰਘਰਸ਼ ਨੇ ਬੀਜੇਪੀ ਨੂੰ ਸ਼ਹਿਰੀ ਇਲਾਕਿਆਂ ਦੇ ਵਿੱਚ ਵੀ ਤਾਰੇ ਦਿਖਾ ਦਿੱਤੇ ਨੇ। ਜਿੱਥੇ ਮੈਂ ਹੁਣੇ ਪੜ੍ਹ ਰਿਹਾ ਸੀ, ਧਨੌਲੇ ਦੇ ਇੱਕ ਵਾਰਡ ਦੇ ਵਿੱਚ ਮੰਡਲ ਪ੍ਰਧਾਨ ਹੋਵੇ ਜੀ, ਮਹਾਜਨਾਂ ਦਾ ਮਹੱਲਾ ਹੋਵੇ ਜੀ, ਉੱਥੋਂ ਵੀ ਉਹ ਹਾਰ ਗਏ। ਬੀਜੇਪੀ ਹਬੋਰ ਬੀਜੇਪੀ ਦਾ MLA ਹੋਵੇ, ਗੜ੍ਹ ਹੋਵੇ, ਇੱਕ ਸੀਟ ਬਾਹਰ ਗਈ, ਬਾਕੀ ਸਾਰੀ ਕਾਂਗਰਸ ਜਿੱਤ ਗਈ ਜੀ। ਪਰ ਦੂਜੇ ਪਾਸੇ ਇੱਕ ਐਸੀ ਵੋਟਾਂ ਸੀ ਕਿ ਜਿੱਥੇ ਮੋਗੇ ਦੇ MLA ਦੀ ਘਰ ਵਾਲੀ ਹਾਰ ਗਈ। ਕੀ ਕਹੋਗੇ? ਦੇਖੋ ਦਾਨੀਆਲ, ਇਹ ਸਭ ਕਈ ਚੀਜ਼ਾਂ ਇਹ ਹੁੰਦੀਆਂ ਕਿ ਜਿਹੜੀਆਂ ਅਸੀਂ ਆਪਣੀਆਂ ਗਿਣਤੀਆਂ ਮਿੰਤੀਆਂ ਦੇ ਨਾਲ ਹਿਸਾਬ ਲਾ ਲੈਣੇ ਜੀ। ਰਾਜਨੀਤਿਕ ਪਾਰਟੀਆਂ ਉਦੋਂ ਮਾਰ ਖਾਂਦੀਆਂ ਜਦੋਂ ਉਹ ਤਲਖ ਹਕੀਕਤਾਂ ਜਿਹੜੀਆਂ ਜੀ, ਜ਼ਮੀਨੀ ਹਕੀਕਤਾਂ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੇ ਆਪਣੇ ਸਿਰਜੇ ਹੋਏ ਬਿਰਤਾਂਤ ਹੈ ਜੀ, ਜਿਹਨੂੰ ਨੈਰੇਟਿਵ ਕਹਿ ਦਿੰਦੇ, ਉਸ ਨੈਰੇਟਿਵ ਦੇ ਆਧਾਰ ਦੇ ਉੱਤੇ ਚੋਣਾਂ ਦੇ ਮੈਦਾਨ ਵਿੱਚ ਉਤਰਦੇ ਜੀ। ਹੁਣ ਤੁਸੀਂ ਦੇਖੋ ਕਿ ਬੀਜੇਪੀ ਦਾ ਡੇ 1 ਤੋਂ ਜਿਹੜੀ ਉਹਦੀ ਰਾਜਨੀਤੀ ਹੈ, ਉਹਦੀ ਰਣਨੀਤੀ ਹੈ ਜੀ, ਹਿੰਦੂ ਰਾਜਨੀਤੀ ਹੈ। ਰਣਨੀਤੀ ਉਹਦੀ ਇਹ ਹੈ ਕਿ ਲੋਕਾਂ ਨੂੰ ਜਿਹੜਾ ਪੋਲਰਾਈਜ਼ ਕਰੀਏ, ਕਮਿਊਨਲ ਲਾਈਨਾਂ ਦੇ ਉੱਤੇ ਪੋਲਰਾਈਜ਼ ਕਰੀਏ। ਜੇ ਆਪਾਂ ਦੇਖੀਏ ਸ਼ੁਰੂ 'ਚ ਤੁਸੀਂ ਉਹ ਟਾਈਮ ਯਾਦ ਕਰੋ ਜਦੋਂ 2019 ਦੀਆਂ ਚੋਣਾਂ ਤੋਂ ਪਹਿਲਾਂ ਦਾ ਮਾਹੌਲ ਹੈ। 6 ਮਹੀਨੇ ਪਹਿਲਾਂ ਜੀ, 6 ਮਹੀਨੇ ਪਹਿਲਾਂ ਜਿਹੜੀ ਹੈ ਤੁਹਾਡੀਆਂ ਸਾਰੀਆਂ ਗੱਲਾਂ ਲੋਕਾਂ ਦੇ ਯਾਦ ਆ ਗਈਆਂ ਸੀ ਕਿ ਨੋਟਬੰਦੀ ਕਿਵੇਂ ਕੀਤੀ ਅੱਧੀ ਰਾਤ ਨੂੰ ਜੀ, ਤਾਲਾਬੰਦੀ ਕਿਵੇਂ ਕੀਤੀ, ਨੋਟਬੰਦੀ ਕੀਤੀ। ਨੋਟਬੰਦੀ ਤੋਂ ਬਾਅਦ ਤੁਹਾਡਾ GST ਲਿਆਂਦਾ, ਬਹੁਤ ਕੁਛ ਲਿਆਂਦਾ, ਬੜਾ ਕੁਛ ਲਿਆਂਦਾ। ਜਿਹੜੇ ਹੈਗੇ ਲੋਕਾਂ ਨੂੰ 15 ਲੱਖ ਰੁਪਈਆ ਕਿਹਾ ਸੀ ਤੁਹਾਡੇ ਖਾਤਿਆਂ 'ਚ ਆ ਜਾਊਗਾ। ਇਹ ਕਿਹਾ ਸੀ ਕਿ ਹਰ ਸਾਲ 2 ਕਰੋੜ ਤੁਹਾਨੂੰ ਦਿਆ ਕਰਾਂਗੇ, ਨੌਕਰੀਆਂ ਦਿਆ ਕਰਾਂਗੇ। ਇਹ ਸਾਰੇ ਦਾ ਸਾਰਾ ਮਾਮਲਾ ਜਿਹੜਾ ਗਿਆ ਕਿੱਥੇ? ਖੰਭ ਲਾ ਕੇ ਉੱਡ ਗਿਆ। ਲੋਕ ਇਹ ਸੋਚਦੇ ਸੀ ਔਰ ਉਦੋਂ ਇਹ ਗੱਲ ਕਰੀਬ ਇਹ ਤੈਅ ਹੋ ਗਈ ਸੀ ਕਿ ਹਾਂ ਮੋਦੀ ਸਰਕਾਰ ਦਾ ਜਾਣਾ ਤੈਅ ਹੈ। ਔਰ ਉਸ ਵੇਲੇ ਭਾਵੇਂ ਇਹਨਾਂ ਨੇ ਇੱਕ ਉਜਵਲਾ ਯੋਜਨਾ ਲਾਂਚ ਕੀਤੀ ਸੀ। ਉਜਵਲਾ ਯੋਜਨਾ ਦੇ ਤਹਿਤ ਕਿ ਗ੍ਰਹਿਣੀਆਂ ਦੀਆਂ ਅੱਖਾਂ ਦੇ ਵਿੱਚ ਧੂਆਂ ਨਾ ਪਵੇ, LPG ਸਿਲੰਡਰ, ਉਹਨਾਂ ਨੂੰ LPG ਸਿਲੰਡਰ ਦੇ ਦਿਓ, ਕਨੈਕਸ਼ਨ ਦੇ ਦਿਓ, ਸਿਲੰਡਰ ਮੁਫਤ ਦੇਤੇ। ਸਾਰੇ ਦੇਸ਼ ਦੇ ਵਿੱਚ ਫੰਕਸ਼ਨ ਹੋਏ ਸੀ। ਜੀ ਜੀ, ਬਠਿੰਡੇ ਵੀ ਇੱਕ ਫੰਕਸ਼ਨ ਹੋਇਆ ਸੀ। ਉਹ ਬੀਬਾ ਜੀ ਨੇ, ਹਰਸਿਮਰਤ ਕੌਰ ਬਾਦਲ ਨੇ ਲਾਂਚ ਕੀਤਾ ਸੀ। ਕੋਈ ਰਾਜਧਾਨੀਆਂ ਚੋਂ ਕਰ ਰਿਹਾ, ਕੋਈ ਕੌਮੀ ਰਾਜਧਾਨੀਆਂ ਚੋਂ ਕਰ ਰਿਹਾ, ਕੋਈ ਆਪੋ ਆਪਣੇ ਹਲਕਿਆਂ ਚੋਂ ਕਰ ਰਿਹਾ। ਬਹੁਤ ਵੱਡੇ ਪੱਧਰ ਸਾਰੇ MP ਲਾਤੇ ਸੀ। ਇੱਕ ਮੁੱਦਾ ਬਣਾਇਆ ਗਿਆ ਸੀ ਜੀ ਅਸੀਂ ਇਹ ਕਰਦੇ। ਇਹ ਚੀਜ਼ ਤਾਂ ਦੇਤੀ, ਸਿਲੰਡਰ ਦੇਤੇ, ਕਨੈਕਸ਼ਨ ਦੇਤੇ, ਪਰ ਸਿਲੰਡਰਾਂ ਦੀ ਰੀਫਿਲ ਕਿਵੇਂ ਹੋਊਗੀ ਉਹਦੇ ਬਾਰੇ ਨਹੀਂ ਸੋਚਿਆ। ਇੱਕ ਵਾਰੀ ਸਿਲੰਡਰ ਮਚਾ ਲਿਆ, ਮੁੜ ਕੇ ਉਹਨਾਂ ਕੋਲ ਪੈਸੇ ਹੈ ਨਹੀਂ। ਉਹ ਕਰਨ ਤਾਂ ਕਰਨਗੇ। ਇਹ ਸਾਰੀਆਂ ਚੀਜ਼ਾਂ ਕਰਕੇ ਲੱਗਦਾ ਸੀ ਕਿ ਬੀਜੇਪੀ ਜਾਊਗੀ। ਤੇ ਫਿਰ ਨੈਰੇਟਿਵ ਆ ਗਿਆ, ਬਿਰਤਾਂਤ ਪੁਲਵਾਮਾ ਵਾਲਾ। ਪੁਲਵਾਮਾ ਦੇ ਬਿਰਤਾਂਤ ਦੇ ਵਿੱਚੋਂ ਅਗਲਾ ਬਿਰਤਾਂਤ ਸਰਜੀਕਲ ਸਟ੍ਰਾਈਕ। ਤੇ ਫਿਰ ਇੱਕ ਫੈਕਸ ਦੇ ਉੱਤੇ 40 ਜਿਹੜੇ ਸ਼ਹੀਦ ਹੋਏ CRP ਪਾਰਾਮਿਲਟਰੀ ਫੋਰਸਿਸ ਦੇ ਜਵਾਨ, ਉਹਨਾਂ ਦੀਆਂ ਤਸਵੀਰਾਂ ਤੇ ਨਾਲ ਕੰਪੇਨ। ਤੇ ਇਹ ਟਾਈਮ ਵੀ ਯਾਦ ਕਰੋ ਵੀ ਜਿੱਦਾਂ ਇਹ ਭਾਣਾ ਵਰਤਦਾ ਸੀ ਜੀ, ਉਹਦੇ ਪ੍ਰਧਾਨ ਮੰਤਰੀ ਸਾਹਿਬ ਤਾਂ ਆਪਣੀ ਫਿਲਮ ਬਣਵਾ ਰਹੇ ਸੀ ਉਹ ਡਿਸਕਵਰੀ ਵਾਲੇ ਕਲਾਕਾਰ ਦੇ ਨਾਲ। ਜੀ ਜੀ, ਠੀਕ ਹੈ। ਫਿਰ ਉਹ ਤੋਂ ਬਾਅਦ ਤੁਸੀਂ ਦੇਖੋ ਕਿ ਇਹਨਾਂ ਨੇ ਪਹਿਲਾਂ 3 ਤਲਾਕ ਵਾਲੀ ਗੱਲ ਆ ਗਈ, ਧਾਰਾ 370 ਵਾਲੀ ਗੱਲ ਆ ਗਈ, ਤੋੜਤੀ ਸਾਰਾ ਕਿ ਲੋਕ ਸਾਨੂੰ ਵੋਟਾਂ ਪਾ ਦੇਣ। ਪਰ ਕੁਝ ਇੱਕ ਚੀਜ਼ਾਂ ਉਹ ਹੁੰਦੀਆਂ ਕਿ ਜਿੱਥੇ ਹਰ ਜਗ੍ਹਾ ਦੇ ਉੱਤੇ ਇੱਕੋ ਮੰਤਰ ਨਹੀਂ ਚੱਲਦਾ, ਹਰੇਕ ਥਾਂ ਤੇ ਉਹੀ ਨਹੀਂ ਚੱਲਦਾ। ਜੇ ਹੁਣ ਤੁਸੀਂ ਦੇਖੋ ਕਿ ਕਸ਼ਮੀਰ ਨੂੰ ਤੁਸੀਂ ਨਿਖੇੜਤਾ ਕਿ ਕਸ਼ਮੀਰ ਦੇ ਲੋਕਾਂ ਨੂੰ ਵਿਸ਼ੇਸ਼ ਜਿਹੜੀ ਹੈ ਫੈਸਿਲਿਟੀ ਕਿਉਂ ਦਿੱਤੀ ਜਾਵੇ, ਉਹ ਲਾ ਲਈ। ਕਸ਼ਮੀਰ ਦੇ ਲੋਕ ਜਿਹੜੇ ਹੈਗੇ ਜੀ ਉਹ ਭਾਰਤ ਦਾ ਹਿੱਸਾ ਹੈ। ਭਾਰਤ ਦੇ ਵਿੱਚ ਇੱਕ ਪ੍ਰਧਾਨ, ਇੱਕ ਵਿਧਾਨ, ਇੱਕ ਨਿਸ਼ਾਨੇ, ਕਿਉਂ ਨਹੀਂ? ਦੋ ਰਾਜ, ਇੱਕ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਕਿਉਂ? ਇਹ ਸਾਰੀਆਂ ਚੀਜ਼ਾਂ ਕਰਕੇ ਉਹਨਾਂ ਨੇ ਕਰਾ ਲਿਆ ਸੀ। ਪੰਜਾਬ ਦੇ ਵਿੱਚ ਵੀ ਉਹਨਾਂ ਨੇ ਇਹ ਕੋਸ਼ਿਸ਼ ਕੀਤੀ। ਪੰਜਾਬ ਦੇ ਵਿੱਚ ਨੈਰੇਟਿਵ ਰਚਿਆ ਸੀ ਕਿ ਪੰਜਾਬੀਆਂ ਦਾ ਅੰਦੋਲਨ ਹੈ। ਜਦੋਂ ਪੰਜਾਬੀਆਂ ਦਾ ਅੰਦੋਲਨ ਕਹਿ ਦਿੰਦੇ ਤੇ ਨਾਲ ਸਿੱਖਾਂ ਦੀ ਗੱਲ ਆ ਜਾਂਦੀ ਹੈ ਜੀ। ਫਿਰ ਕਹਿੰਦਾ ਮਾਓਵਾਦੀਆਂ ਦਾ ਅੰਦੋਲਨ ਹੈ, ਉਹ ਜਿਹੜੀ ਹੈਗੀ ਹੈ ਜੁਗਤ ਵੀ ਨਾ ਚੱਲੀ। ਤੇ ਫਿਰ ਕਹਿੰਦੇ ਖਾਲਿਸਤਾਨੀਆਂ ਦਾ ਅੰਦੋਲਨ, ਉਹ ਵੀ ਨਹੀਂ ਚੱਲੀ। ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ, ਸਾਰੇ ਦੇਸ਼ ਦੇ ਵਿੱਚ ਫੈਲ ਗਿਆ। ਔਰ ਮੈਂ ਸਮਝਦਾ ਕਿ
ਇਹ ਪੰਜਾਬ ਦੀ ਕਿਸਾਨੀ ਦੀ ਲੀਡਰਸ਼ਿਪ ਨੂੰ ਕ੍ਰੈਡਿਟ ਜਾਂਦਾ ਹੈ। ਜੀ ਜੀ ਜਿਸ ਲੀਡਰਸ਼ਿਪ ਨੇ ਕਿਸਾਨੀ ਤੋਂ ਬਾਹਰ ਕੱਢ ਕੇ ਇਸ ਅੰਦੋਲਨ ਦੇ ਅਸਰ ਆਮ ਲੋਕਾਂ ਤੱਕ ਵੀ ਦੱਸਤਾ। ਉਹਨਾਂ ਨੂੰ ਜਿਹੜਾ ਸੁਚੇਤ ਕੀਤਾ ਕਿ ਸਾਡੀ ਤਾਂ ਤਬਾਹੀ ਹੋਊ ਤੇ ਤੁਹਾਡੀ ਹੋਊਗੀ ਮਹਾਤਬਾਹੀ। ਤੁਹਾਡੇ ਕਾਰੋਬਾਰ ਸਾਰੇ ਬਰਬਾਦ ਹੋ ਜਾਣਗੇ। ਅਸੀਂ ਤਾਂ ਆਪਣੇ ਘਰਾਂ ਕੁਰਾਂ ਦੇ ਵਿੱਚ ਆਪਦਾ ਮਾੜਾ ਮੋਟਾ ਗੰਢੇ ਟੁੱਟੇ ਬੀਜ ਲਿਆ ਕਰਾਂਗੇ, ਤੁਸੀਂ ਕਰੋਗੇ ਕੀ? ਤੁਹਾਨੂੰ ਤਾਂ ਇਹ ਕੰਮ ਵੀ ਨਹੀਂ ਆਉਂਦਾ। ਜਿਹੜਾ ਕੰਮ ਤੁਹਾਡੇ ਕੋਲੇ ਅੜਦਾ ਹੈ, ਜਿਹੜਾ ਤੁਹਾਡੇ ਕੋਲੇ ਨਿੱਕੀ ਨਿੱਕੀ ਪਰਚੂਨਦੀਆਂ ਦੁਕਾਨਾਂ ਸਭ ਛੱਡ ਇਹ ਤਾਂ ਸਾਰੀਆਂ ਦੀਆਂ ਸਾਰੀਆਂ ਚਲੀਆਂ ਜਾਣਗੀਆਂ। ਇੱਥੇ ਜ਼ਖੀਰੇਬਾਜ਼ੀ ਹੋਊਗੀ, ਵੱਡੇ ਭੱਬੂ ਤੁਹਾਨੂੰ ਖਾ ਜਾਣਗੇ। 25 ਰੁਪਏ ਕਿਲੋ ਵਾਲਾ ਆਟਾ 125 ਰੁਪਏ ਕਿਲੋ ਮਿਲਣਾ। ਇਹਦਾ ਨਤੀਜਾ ਇਹ ਹੋਇਆ ਕਿ ਇੱਥੇ ਕਮਿਊਨਲ ਪੱਤਾ ਨਹੀਂ ਚੱਲਿਆ। ਔਰ ਇਹ ਇਲੈਕਸ਼ਨਾਂ ਜਿਹੜੀਆਂ ਹੁਣ ਤੁਸੀਂ ਦੇਖੀਏ, ਇਹਨਾਂ ਇਲੈਕਸ਼ਨਾਂ ਦੇ ਵਿੱਚ ਛਾਂਟ ਕੇ ਬੀਜੇਪੀ ਨੇ ਆਪਣੇ ਵੀ ਇੱਥੇ ਆਹ ਬੰਦਾ ਹੋਊਗਾ, ਇੱਥੇ ਆਹ ਬੰਦਾ ਹੋਊਗਾ, ਪੋਲਰਾਈਜੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਔਰ ਸਵੇਰੇ ਜਿਹੜੇ ਜਿਵੇਂ ਉਹ ਹੁੰਦਾ ਨਾ ਵੀ ਪਹਿਲਾਂ ਨੈਰੇਟਿਵ ਬਣਾਇਆ ਹੁੰਦਾ ਹੈ, ਟੀਵੀ ਚੈਨਲਾਂ ਨੇ ਵੀ ਬਣਾਇਆ ਹੁੰਦਾ, ਅਖਬਾਰਾਂ ਨੇ ਵੀ ਬਣਾਇਆ ਹੁੰਦਾ। ਸਵੇਰੇ ਮੈਨੂੰ ਕਿਸੇ ਸੱਜਣ ਦਾ ਫੋਨ ਆਇਆ ਬਾਹਰਲੇ ਜ਼ਿਲ੍ਹੇ ਚੋਂ ਜੀ, ਕਹਿੰਦਾ ਜੀ ਬਠਿੰਡੇ 'ਚ ਕੀ ਹੋ ਗਿਆ? ਮੈਂ ਹਾਲੇ ਟੈਲੀਵਿਜ਼ਨ ਦੇਖਿਆ ਨਹੀਂ ਸੀ, ਮੈਂ ਆਪਣੇ ਕਾਰੋਬਾਰ ਸੀ। ਮੈਂ ਕੀ ਹੋ ਗਿਆ ਜੀ? ਕਹਿੰਦਾ ਜੀ ਪੀਟੀਸੀ ਨੇ ਤਾਂ ਖਬਰ ਚਲਾਤੀ। ਮੈਂ ਕਿਹਾ ਭਲੇ ਮਾਨਸਾ ਕੀ? ਕਹਿੰਦਾ 9 ਸੀਟਾਂ ਬੀਜੇਪੀ ਨੂੰ ਆ ਗਈਆਂ। ਅੱਛਾ ਜੀ। ਮੈਂ ਕਿਹਾ ਯਾਰ ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਜੇ 9 ਸੀਟਾਂ ਆ ਗਈਆਂ ਤੇ ਇਹਦਾ ਮਤਲਬ ਮੋਦੀ ਮੰਤਰ ਚੱਲ ਗਿਆ। ਹਾਂ, ਇਹ ਤਾਂ ਇਹ ਹੁਣ ਇੱਥੇ ਜਿਹੜੇ ਅੱਜ ਰਿਜ਼ਲਟ ਆਏ, ਉਹਨਾਂ ਰਿਜ਼ਲਟਾਂ ਦੇ ਵਿੱਚੋਂ ਦੇਖੋ ਕਿ ਜੇ ਕੋਈ ਚੀਜ਼ ਧੋਤੀ ਗਈ ਹੈ ਜੀ, ਸਵਾਰ ਕੇ ਧੋਤੀ ਗਈ ਹੈ, ਜਿਹਨੂੰ ਆਪਾਂ ਕਹਿ ਦਾਂਗੇ ਕਾਸਟ ਸੋਡਾ ਪਾ ਕੇ ਧੋਤੀ ਗਈ ਹੈ, ਤਾਂ ਉਹ ਭਾਰਤੀ ਜਨਤਾ ਪਾਰਟੀ ਹੈ ਜੀ। ਭਾਰਤੀ ਇਹ ਇਲੈਕਸ਼ਨ ਜਿਹੜੀ ਹੈ ਪਿੰਡਾਂ ਦੀ ਇਲੈਕਸ਼ਨ ਨਹੀਂ, ਇਹ ਇਲੈਕਸ਼ਨ ਸ਼ਹਿਰਾਂ ਦੀ ਇਲੈਕਸ਼ਨ ਹਾਂਜੀ। ਔਰ ਸ਼ਹਿਰੀਆਂ ਨੂੰ ਭਾਰਤੀ ਜਨਤਾ ਪਾਰਟੀ ਜੇਬ 'ਚ ਪਾ ਕੇ ਰੱਖਦੀ ਸੀ। ਜੀ ਜੀ। ਔਰ ਭਾਰਤੀ ਜਨਤਾ ਪਾਰਟੀ ਤਾਂ ਇਹ ਦੇਖਦੀ ਸੀ ਕਿ ਮੋਦੀ ਦੇ ਨਾਂ ਤੇ ਜਿਵੇਂ 2019 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੇ ਕਈ ਸੀਟਾਂ ਜਿੱਤੀਆਂ। ਜੀ ਜੀ। 2 ਸੀਟਾਂ ਬੀਜੇਪੀ ਲੈ ਗਈ ਤੇ 2 ਅਕਾਲੀ ਲੈ ਗਏ। ਬਠਿੰਡੇ ਦੇ ਵਿੱਚੋਂ ਜਿਹੜਾ ਹੈਗਾ 19,000 ਦਾ ਮਾਰਜਨ ਪਹਿਲਾਂ ਵਿਧਾਨ ਸਭਾ ਵੇਲੇ ਸੀ। ਜੀ ਜੀ, ਉਹ ਡਿੱਗ ਗਿਆ। ਉਹ ਤਾਂ ਜੇ ਪੁਰਾਣੀ ਪਾਰਲੀਮੈਂਟ ਦਾ ਦੇਖ ਲਈ ਤਾਂ 29-30,000 ਦਾ ਸੀ। 29-30,000 ਦਾ ਮਾਰਜਨ ਡਿੱਗ ਕੇ ਤੇ ਇਥੋਂ ਲੀਡ ਕਰ ਜਾਣਾ। ਜੀ ਜੀ। ਇਹਨੂੰ ਮੋਦੀ ਮੰਤਰ ਕਿਹਾ ਸੀ ਉਸ ਵੇਲੇ ਅਕਾਲੀ ਦਲ ਨੇ। ਹਾਲਾਂਕਿ ਆਪਾਂ ਇਹਦੇ ਕਾਰਨ ਹੋਰ ਵੀ ਗਣਾਏ ਸੀ। ਹਾਂਜੀ, ਕਾਰਨ ਹੋਰ ਵੀ ਹੈਗੇ ਹੈ। ਔਰ ਉਹਨਾਂ ਕਾਰਨਾਂ ਦਾ ਨਤੀਜਾ ਅੱਜ ਬਠਿੰਡੇ ਦੀ ਸਥਿਤੀ ਕੀ ਹੈ ਜੀ? 53 ਸਾਲਾਂ ਬਾਅਦ ਬਠਿੰਡੇ ਦੀ ਮਿਊਨਿਸਪਲ ਅਦਾਰੇ ਦੇ ਵਿੱਚ ਕਾਂਗਰਸ ਪਾਰਟੀ ਦਾ ਮੁਖੀ ਬਣ ਜਾ ਰਿਹਾ। ਪਹਿਲਾਂ ਇੱਥੇ ਹੁੰਦੀ ਸੀ ਨਗਰ ਕੌਂਸਲ ਕਿਤੇ 53 ਸਾਲ ਪਹਿਲਾਂ ਪ੍ਰਧਾਨ ਬਣਿਆ ਸੀ। ਉਸ ਤੋਂ ਬਾਅਦ ਕਦੇ ਇੱਥੇ ਉਹਨਾਂ ਦਾ ਪ੍ਰਧਾਨ ਨਹੀਂ ਬਣਿਆ ਜੀ। ਅਸੈਂਬਲੀ ਦੀ ਇਲੈਕਸ਼ਨ ਹੁੰਦੀ, ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ, ਕਾਂਗਰਸ ਪਾਰਟੀ ਵੱਧਦੀ ਹੁੰਦੀ ਸੀ ਜੀ, ਲੇਕਿਨ ਲੋਕਲ ਬਾਡੀ ਦੀਆਂ ਚੋਣਾਂ 'ਚ ਹਾਰ ਜਾਂਦੀ ਸੀ, ਕਿਉਂਕਿ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ ਲੋਕਲ ਮੁੱਦੇ ਆ ਜਾਂਦੇ, ਲੋਕਲ ਲੀਡਰਸ਼ਿਪ ਆ ਜਾਂਦੀ ਹੈ। ਇੱਥੇ ਆਰਐਸਐਸ ਬੀਜੇਪੀ ਵਾਲੇ ਅਕਾਲੀ ਦਲ ਦਾ ਕੰਬੀਨੇਸ਼ਨ ਸੀ। ਤੇ ਇਹ ਪਹਿਲਾ ਮੌਕਾ ਤੁਸੀਂ ਦੇਖੋ 50 ਚੋਂ 43 ਸੀਟਾਂ ਕਾਂਗਰਸ ਦੇ ਪੇਟੇ 'ਚ ਪੈ ਜਾਣਗੀਆਂ ਜੀ। ਇਹ ਛੋਟੀ ਗੱਲ ਹੈ। ਬਿਲਕੁਲ। ਉਧਰ ਕਪੂਰਥਲਾ ਦੇਖ ਰਹੇ ਜੀ 50 ਚੋਂ 45 ਕਾਂਗਰਸ। ਕਰੋ ਕਮਾਲ। ਹੁਸ਼ਿਆਰਪੁਰ ਗੜ ਮੰਨਿਆ ਜਾਂਦਾ ਹੈ ਉੱਥੇ। ਹਾਂ, ਹੁਸ਼ਿਆਰਪੁਰ ਦੀ ਜੇ ਤੁਸੀਂ ਗੱਲ ਕਰਦੇ ਹੋ, ਗੜ ਤਾਂ ਮੰਨਿਆ ਜਾਂਦਾ ਹੈ, ਪਰ ਉਹ ਹਲਕਾ ਕਿਹਦਾ ਹੈ? ਸੋਮ ਪ੍ਰਕਾਸ਼ ਦਾ ਪਾਰਲੀਮੈਂਟ ਦਾ ਮੈਂਬਰ ਸੋਮ ਪ੍ਰਕਾਸ਼ ਹੈ। ਯਾਦ ਕਰੋ, ਮੈਂ ਹੁਣ ਤੁਹਾਨੂੰ ਯਾਦ ਕਰਾਉਣਾ, ਸਾਡੇ ਸਰੋਤਿਆਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ। ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਤਕਰੀਰ ਕੀਤੀ ਸੀ ਜੀ ਕਿ ਪਾਰਲੀਮੈਂਟ ਦਾ ਸੈਸ਼ਨ ਆਉਣ ਵਾਲਾ ਹੈ, ਕਿਸਾਨੀ ਕਾਨੂੰਨਾਂ ਦੇ ਉੱਤੇ ਕਿਸ ਪਾਰਲੀਮੈਂਟ ਦੇ ਮੈਂਬਰ ਦਾ ਕੀ ਸਟੈਂਡ ਹੈ ਜੀ, ਇਹਦੇ ਤੇ ਸਾਡੀ ਕੈਰੀ ਨਜ਼ਰ ਹੈ। ਅਸੀਂ ਦੇਖਾਂਗੇ ਜਿਨ੍ਹਾਂ ਲੋਕਾਂ ਨੇ ਸਾਡਾ ਵਿਰੋਧ ਕੀਤਾ ਸੀ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿਆਂਗੇ। ਤੇ ਮੇਰਾ ਖਿਆਲ ਹੈ ਵੀ ਸੋਮ ਪ੍ਰਕਾਸ਼ ਨੂੰ ਨੀਂਦ ਨਹੀਂ ਆਉਣੀ ਅੱਜ। ਜੀ ਜੀ, ਬਿਲਕੁਲ। ਕਿਉਂਕਿ ਸੋਮ ਪ੍ਰਕਾਸ਼ ਜਿਹੜਾ ਹੈਗਾ ਉਹ ਨੈਗੋਸ਼ੀਏਸ਼ਨ ਕਮੇਟੀ ਦਾ ਮੈਂਬਰ ਸੀ। ਔਰ ਸੋਮ ਪ੍ਰਕਾਸ਼ ਵੀ ਆ ਕੇ ਇੰਟਰਵਿਊ ਦਿੰਦਾ ਹੁੰਦਾ ਸੀ ਕਿ ਕਿਸਾਨਾਂ ਨੇ ਅੜੀ ਫੜੀ ਉਹ ਫੜਾਤੀ ਉਹ ਅੜੀ ਦਾ ਉਹਨੂੰ ਰਿਜ਼ਲਟ ਆ ਗਿਆ। ਉਹਨੂੰ ਤਾਂ ਪਤਾ ਲੱਗ ਗਿਆ ਹੋਣਾ ਵੀ ਅਗਲੀ ਵਾਰੀ ਮੈਂ ਤਾਂ ਪਾਰਲੀਮੈਂਟ 'ਚ ਪਹੁੰਚ ਗਿਆ। ਹਾਂ, ਇਹ ਆਹੀ ਚੀਜ਼ ਹੈ। ਕਿਉਂਕਿ ਕਿਸਾਨ ਜਿਹੜਾ ਹੈ ਕਿਸਾਨ ਇੱਕ ਭਾਈਚਾਰਾ, ਉਹ ਇੱਕ ਫਿਰਕਾ ਨਹੀਂ ਨਾ। ਬਿਲਕੁਲ। ਉਹ ਸਿੱਖ ਨਹੀਂ ਹੈ, ਉਹ ਹਿੰਦੂ ਨਹੀਂ ਹੈ, ਉਹ ਮੁਸਲਮਾਨ ਨਹੀਂ, ਉਹ ਕਿਸਾਨ ਹੈ। ਕਿਸਾਨ ਇੱਕ ਵੱਖਰੀ ਪਛਾਣ ਹੈ। ਕਿਸਾਨ ਦੇ ਵਿੱਚ ਹਰ ਭਾਈਚਾਰੇ ਦੇ ਲੋਕ ਜਿਹੜੇ ਹੁੰਦੇ ਜੀ। ਸੋ ਇਹਦੇ ਵਿੱਚ ਜੋ ਕੁਝ ਹੋਇਆ ਇਹ ਹੋਣਾ ਹੀ ਸੀ। ਇਹ ਤਾਂ ਮੈਂ ਕਹੂੰਗਾ ਵੀ ਦਾਤ ਦੇਣੀ ਬਣਦੀ ਹੈ ਕਿਸਾਨ ਲੀਡਰਸ਼ਿਪ ਨੂੰ। ਇਹ ਸਾਡੇ ਦੇਸ਼ ਦੀ ਆਜ਼ਾਦੀ ਦੀ ਮੈਂ ਕਹਿੰਦਾ ਦੂਜੀ ਲੜਾਈ ਹੈ ਜੀ, ਜਿਹਨੇ ਡੈਮੋਕ੍ਰੈਟਿਕ ਜਿਹੜਾ ਹੈਗਾ ਸਾਡਾ ਪ੍ਰੋਸੈਸ ਆ ਉਹਨੂੰ ਪੂਰਾ ਕਰ ਰਹੀ ਪੂਰਾ। ਐਤਕੀ ਇਹ ਵੀ ਦੇਖ ਲਓ ਨਾ, ਦੇਖੋ ਇਹ ਤਾਂ ਆਪਾਂ ਮੰਨ ਲਿਆ ਵੀ ਜਿਵੇਂ ਜੀਰਾ ਜਤਾਲੀ, ਹਾਂਜੀ, ਗਿੱਦੜਵਾ ਹੋ ਗਿਆ, ਹਾਂਜੀ, ਉਹ ਵੀ ਚਰਚਾਵਾਂ ਸੀ ਵੀ ਇਹ ਵੀ ਐਡੀ ਕਰਨ ਦੀ ਲੋੜ ਨਹੀਂ ਸੀ। ਜੇ ਬਠਿੰਡੇ ਕਪੂਰਥਲੇ ਤੇ ਇੱਥੇ ਆਏ ਸਾਰਿਆਂ ਦੇ ਕਾਗਜ਼ ਭਰੇ ਜਾ ਸਕਦੇ ਆ। ਬਿਲਕੁਲ। ਹੁਣ ਤੁਸੀਂ ਮੋਟੀ ਗੱਲ ਲੈ ਲਓ, ਆਪਾਂ ਹਲਕਾ ਰਾਮਪੁਰਾ ਦੀ ਗੱਲ ਕਰ, ਬਿਲਕੁਲ, ਜਿੱਥੇ ਜਿੰਨੇ ਅਕਾਲੀ ਖੜੇ ਸੀ ਜੀ ਉਹ ਜਿੱਤ ਗਏ। ਜਿਹੜੇ ਧੱਕੇ ਨਾਲ ਵੋਟਾਂ ਚੁਕਾਈਆਂ ਉੱਥੇ ਤਾਂ ਕਾਂਗਰਸ ਨੇ ਜਿੱਤਣਾ ਸੀ। ਪਰ ਉੱਥੇ ਵੀ ਤਾਂ ਇੱਕ ਗੱਲ ਵੇਖਣ ਵਾਲੀ ਹੈ ਨਾ ਵੀ ਉੱਥੇ ਵੀ ਵਿਰੋਧ ਨਜ਼ਰ ਆ ਰਿਹਾ।
ਵੀ ਜੇ ਆਖੀਏ ਕਿ ਇੱਕ ਭਗਤੇ ਭਾਈ ਦੇ ਵਿੱਚ ਮਲੂਕੇ ਦੇ ਵਿੱਚ, ਹੁਣ ਮਲੂਕੇ ਦੇ ਵਿੱਚ ਪਿੰਡ ਦੇ ਵਿੱਚ 2 ਅਕਾਲੀ ਜਿੱਤੇ ਨੇ, ਕਿਉਂਕਿ ਉੱਥੇ ਸੀ ਕੈਂਡੀਡੇਟ ਹੀ 2 ਰਹੇ ਦੋ ਹੀ ਸੀ ਉਹ ਦੋਵੇਂ ਜਿੱਤੇ। 2 ਤਾਂ 11 ਤਾਂ ਦੂਜੇ ਤਾਂ ਅਨਪੋਜ਼ਡ ਆ ਗਏ ਸੀ, ਅਨਪੋਜ਼ਡ ਆ ਗਏ। ਬਿਲਕੁਲ ਇਹਦਾ ਮਤਲਬ ਤਾਂ ਜਿੱਤ ਗਏ। ਹਾਂ ਇਹਦਾ ਮਤਲਬ ਜੇ ਉੱਥੇ ਨੋਮੀਨੇਸ਼ਨ ਪੇਪਰ ਜਿਹੜੇ ਉਹਨਾਂ ਦੇ ਰੱਦ ਨਾ ਹੁੰਦੇ, ਨਾ ਕਰਵਾਏ ਜਾਂਦੇ, ਸਾਰੇ ਜਿੱਤਨੇ ਸੀ। ਔਰ ਉਹਦਾ ਪ੍ਰਤੀਕਰਨ ਵੀ ਹੋਇਆ ਹੋ। ਹਾਂ ਜਿੱਥੇ ਰੱਦ ਕਰਾਇਆ ਉਹਦਾ ਪ੍ਰਤੀਕਰਨ ਮੈਂ ਦੱਸਾਂ ਤੁਹਾਨੂੰ। ਇੱਥੇ ਵਾਰਡ ਨੰਬਰ 8 ਜੀ, ਵਾਰਡ ਨੰਬਰ 8 ਦੇ ਵਿੱਚ ਆਖਰੀ ਸਮੇਂ ਦੇ ਉੱਤੇ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਬੂਥ ਨੂੰ। ਜੀ ਡੀਏਵੀ ਕਾਲਜ ਦੇ ਵਿੱਚ ਬੰਦੇ ਪਹੁੰਚ ਗਏ, ਸ਼ਾਸਨ ਪ੍ਰਸ਼ਾਸਨ ਨੇ ਵੀ ਕਹਿੰਦੇ ਮਦਦ ਕੀਤੀ ਜੀ। ਇਹਦੇ ਬਾਵਜੂਦ ਵੀ ਕਿਉਂਕਿ ਲੋਕਾਂ ਦੇ ਵਿੱਚ ਸੀ ਕਿ ਇੱਥੇ ਧੱਕਾ ਹੋਊਗਾ, ਉਹ 2 ਬੰਦੇ ਉੱਥੇ ਖੜੇ ਹੋਏ ਹੈ। ਅਕਾਲੀ ਦਲ ਦਾ ਹਰਪਾਲ ਸਿੰਘ ਐਡਵੋਕੇਟ ਹਾਂਜੀ। ਹਰਪਾਲ ਦੇ ਬਾਰੇ ਮੈਂ ਉਹ ਮੁੰਡੇ ਨੂੰ ਕਦੇ ਮਿਲਿਆ ਨਹੀਂ, ਲੇਕਿਨ ਜੋ ਮੈਂ ਉਹਦੀ ਸ਼ੋਭਾ ਸੁਣੀ ਹੈ ਕਿ ਉਹ ਬੰਦਾ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਹਲਕੇ ਦਾ ਕੰਮ ਕਰਦਾ, ਹਰ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਜਾਂਦਾ ਹੈ। ਉਹਨੂੰ ਜਿਹੜੀ ਹੈਗੀ ਉੱਠਣ ਬੈਠਣ ਦੀ ਲਿਆਕਤ ਹੈ, ਉਹਨੂੰ ਬੋਲਣ ਚੱਲਣ ਦੀ ਲਿਆਕਤ ਹੈ। ਜੀ। ਦੂਜੇ ਪਾਸੇ ਜਿਹੜਾ ਮੁੰਡਾ ਹੈ ਉਹ ਵੀ ਨੌਜਵਾਨ, ਉਹਦੇ ਕੋਲੇ 4 ਛਿੱਲੜ ਵੀ ਹੈਗੇ ਜੀ, ਉਹਦੇ ਕਨੈਕਸ਼ਨ ਵੀ ਹੈਗੇ ਵੱਡੇ ਲੀਡਰਾਂ ਦੇ ਨਾਲ। ਉਹ ਵੱਡੇ ਲੀਡਰਾਂ ਵਾਲੇ ਕਨੈਕਸ਼ਨਾਂ ਦੇ ਵਿੱਚ ਕਈ ਵਾਰੀ ਬੰਦਾ ਉੱਪਰ ਤੁਰਿਆ ਫਿਰਦਾ, ਹਵਾ 'ਚ ਤੁਰਨਾ ਤੇ ਜ਼ਮੀਨ 'ਚ ਤੁਰਨ ਵਾਲੇ ਦਾ ਫਰਕ ਹੈ। ਤੇ ਹਵਾ ਜਿਹੜੇ ਜ਼ਮੀਨ ਨਾਲ ਤੁਰਨ ਵਾਲੇ ਲੋਕ ਫਤਵਾ ਉਹਦੇ ਹੱਕ 'ਚ ਪਹਿਲਾਂ ਹੀ ਦੇ ਬੈਠੇ ਸੀ। ਹਾਲਾਂਕਿ ਉੱਥੇ ਗੜਬੜ ਹੋਈ, ਇਹਦੇ ਬਾਵਜੂਦ ਵੀ ਅਕਾਲੀ ਦਲ ਜਿੱਤ ਗਿਆ, ਉਹ ਹਾਰ ਗਿਆ ਬੰਦਾ ਜਿਹਦੇ ਤੇ ਇਲਜ਼ਾਮ ਲੱਗਦਾ ਸੀ ਵੀ ਉਹ ਗੜਬੜ ਹੋਈ। ਸਨੀ ਦਿਓਲ ਦੇ ਇਲਾਕੇ ਤੋਂ ਵੀ ਖਬਰਾਂ ਆ ਰਹੀਆਂ ਜੀ, ਉੱਥੇ ਵੀ ਫਿਰ ਗਿਆ ਭੱਜ ਪਾ ਚੁੱਕੋੜੇ ਵਾਲਾ। ਭੱਜ ਪਾ ਕਹਿੰਦੇ। ਪਰ ਇੱਕ ਜੀ ਹੋਰ ਬੜੀ ਇੰਟਰਸਟਿੰਗ ਹੈ ਢਿੱਲੋਂ ਸਾਹਿਬ। ਹਾਂਜੀ, ਟਰੈਕਟਰ ਦੇ ਚੋਣ ਨਿਸ਼ਾਨ ਵਾਲੇ ਬਹੁਤ ਜਿੱਤੇ ਨੇ। ਟਰੈਕਟਰ ਪ੍ਰਤੀਕ ਬਣ ਗਿਆ, ਇਹ ਵੀ ਇੱਕ ਬਹੁਤ ਵੱਡੀ ਚੀਜ਼ ਹੈ। ਕਿਸਾਨ ਅੰਦੋਲਨ ਦਾ ਪ੍ਰਤੀਕ ਬਣ ਗਿਆ ਟਰੈਕਟਰ। ਟਰੈਕਟਰ ਨੂੰ ਦੇਖ ਕੇ, ਟਰੈਕਟਰ ਦੇ ਉੱਤੇ ਝੰਡਾ ਲੱਗਿਆ, ਇਹਨਾਂ ਚੀਜ਼ਾਂ ਨੂੰ ਦੇਖ ਕੇ, ਕਿਉਂਕਿ ਉਹ ਜਿਹੜੀ ਚੀਜ਼ ਪ੍ਰਤੀਕ ਬਣੀ ਹੁੰਦੀ ਹੈ ਉਹਦੇ ਤੇ ਫਿਰ ਮੋਹਰ ਲੱਗਦੀ ਹੈ, ਧੱਕੇ ਨਾਲ ਲੱਗਦੀ ਹੈ। ਉਹ ਜਿਹੜੀ ਤੁਹਾਡੀ ਜਿਹੜੀ ਅੰਦਰਲੀ ਭਾਵਨਾ ਜੁੜੀ ਹੁੰਦੀ ਹੈ। ਵੀ ਸਿੱਧੀ ਉਂਗਲ ਹੀ ਉਧਰ ਨੂੰ ਜਾਂਦੀ। ਬਿਲਕੁਲ ਪਾਸਾ ਦੇਖਦੇ ਹੋ, ਕਹਿੰਦੇ ਟਰੈਕਟਰ ਚੱਕਦੇ। ਹਾਂਜੀ। ਸੋ ਬਾਕੀ ਤਾਂ ਆਪਾਂ ਡਿਟੇਲ ਕੱਲ ਨੂੰ ਬੜਾ ਨਿੱਤਰ ਕੇ ਜੋ ਕੁਛ ਆਊਗਾ, ਬੜਾ ਐਨਾਲਿਸਿਸ ਹੋਣਗੇ, ਸਾਰਾ ਕੁਝ ਉਹਦੇ ਉੱਤੇ ਵੀ ਕਰਾਂਗੇ ਤੇ ਉਹਦੀ ਆਪਾਂ ਗੱਲ ਕਰਦੇ ਆਂ। ਪਰ ਆਪਾਂ ਕਿਸਾਨੀ ਸੰਘਰਸ਼ ਦਾ ਜਾਂ ਕਿਸਾਨੀ ਮਸਲੇ ਦਾ ਤਾਂ ਆਪਾਂ ਨੂੰ ਲਗਭਗ ਇੰਨਾ ਪਤਾ ਲੱਗ ਗਿਆ ਕਿ ਪੰਜਾਬ ਦੇ ਉੱਤੇ ਬਹੁਤ ਵੱਡਾ ਪਰਛਾਵਾਂ ਹੈ। ਪਰ ਦਾਨੇਲੀਆ ਸਾਹਿਬ, ਪਰਛਾਵਾਂ ਨਹੀਂ। ਕੱਲ ਇੱਕ ਮੀਟਿੰਗ ਹੋਈ ਹੈ। ਮੀਟਿੰਗ ਕਿਹਨੇ ਬੁਲਾਈ ਹੈ? JP ਨੱਡਾ ਨੇ ਜੀ, BJP ਦਾ ਪ੍ਰੈਜ਼ੀਡੈਂਟ। ਉਹਦੇ ਵਿੱਚ ਤੋਮਰ ਵੀ ਸੀ ਜੀ, ਉਹਦੇ ਵਿੱਚ ਮਿਸਟਰ ਬਾਲੀਅਨ ਵੀ ਸੀ ਕੋਈ, ਤੇ ਨੰਬਰ 2 ਮੋਦੀ ਸਾਹਿਬ ਦਾ ਖਾਸ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸੀ ਜੀ। ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਇਹਨਾਂ ਦੇ ਕਿਸਾਨ ਆਗੂ ਜਿਹੜੇ BJP ਨਾਲ ਰਿਲੇਟਡ ਆ, ਉਹ ਚਲੋ BJP ਨਾਲ ਰਿਲੇਟਡ ਕਿਸਾਨ ਆਗੂ ਮੰਨ ਲਓ ਉਹਨਾਂ ਦੇ ਕਿਸਾਨ ਲੀਡਰ ਹੈ। ਉਹਦੇ ਵਿੱਚ ਉਹਨਾਂ ਨੇ ਆਪਣੇ MP ਵਗੈਰਾ ਬੁਲਾਏ ਸੀ। ਵਿਚਾਰ ਵਟਾਂਦਰਾ ਹੋ ਰਿਹਾ ਸੀ ਕਿ ਹੁਣ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਜੀ। ਨੈਚੁਰਲੀ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਅੱਜ ਉਹਨੂੰ ਪੰਜਾਬ ਦਾ ਰਿਜ਼ਲਟ ਆ ਗਿਆ। ਹੁਣ ਪਤਾ ਲੱਗ ਗਿਆ, ਉਹ ਕਹਿੰਦਾ ਨਾਈਆ ਦਾੜੀ ਕਿੱਡੀ ਹੈ, ਵਾਲ ਕਿੱਡੇ, ਕਹਿੰਦਾ ਮੂਹਰੇ ਡਿੱਗਣਗੇ। ਡਿੱਗ ਪਏ ਉਹ ਤਾਂ ਡਿੱਗ ਪਏ। ਹੁਣ ਇਹ ਤੋਂ ਬਾਅਦ ਅੱਗੇ ਯੂਪੀ ਦੇ ਇਲੈਕਸ਼ਨ ਆ ਗਏ ਅਪ੍ਰੈਲ ਮਹੀਨੇ 'ਚ ਪੰਚਾਇਤਾਂ ਦੇ ਤੇ ਨਾਲ ਅਗਲੀ ਗੱਲ ਕਿਸਾਨ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਜੀ ਬੰਗਾਲ ਵੀ ਚੱਲਦੇ ਆ। ਚਲੋ ਟਰੈਕਟਰਾਂ ਦੇ ਗੇਰ ਉਧਰ ਨੂੰ ਹੀ ਪਾ ਲਈਏ, ਬੰਗਾਲ ਵੀ ਜਾਵਾਂਗੇ। ਤੇ ਜਦੋਂ ਕਿਸਾਨ ਆਗੂ ਉੱਥੇ ਬੰਗਾਲ ਚਲੇ ਗਏ ਤੇ ਬੰਗਾਲ ਜਾ ਕੇ ਪੰਜਾਬ ਵਾਲਿਆਂ ਨੇ ਦੱਸਿਆ ਕਿ 1888 ਰੁਪਏ ਝੋਨਾ ਸਾਡੇ। ਤੇ ਉੱਥੇ ਕੀ ਭਾਅ ਵਿਕਦਾ? ਕੀ ਉੱਥੇ ਕਿਸਾਨ ਹੈ ਨਹੀਂ ਗੇ? ਹੈਗੇ। ਉੱਥੇ ਝੋਨਾ ਨਾ ਹੋਵੇ, ਉੱਥੇ ਹੋਰ ਕਿਸਮ ਦੀ ਫਸਲ ਹੈ। ਤੁਹਾਨੂੰ MSP ਮਿਲਦਾ ਕਿ ਨਹੀਂ ਮਿਲਦਾ? MSP ਵਾਲਾ ਜਿਹੜਾ ਜਾਗ ਹੈ ਨਾ, ਇਹ ਸਾਰੇ ਹਿੰਦੁਸਤਾਨ ਦੇ ਵਿੱਚ ਇੰਨੀ ਤਰੀਕੇ ਨਾਲ ਲੱਗਿਆ ਨਾ ਕਿ ਹਰ ਇੱਕ ਦਾ ਜੀ ਕਰਦਾ ਕਿ MSP ਮੈਨੂੰ ਵੀ ਮਿਲੇ। ਇਹ ਤਾਂ ਹੁਣ ਲੱਗੂ ਪਤਾ ਵੀ ਉੱਥੇ ਜਾ ਕੇ ਹੁੰਦਾ ਕੀ। ਸੋ ਹੁਣ ਪੰਜਾਬ ਦੇ ਉੱਤੇ ਜਿਵੇਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਸਰਕਾਰ ਕੋਈ ਕਹਿੰਦੇ 2013 ਦੇ ਕੰਟਰੈਕਟ ਫਾਰਮ ਐਕਟ ਨੂੰ ਵੀ ਕਹਿੰਦੇ ਮੂਡ ਬਣਾ ਰਹੀ ਹੈ ਕਿ ਇਹਨੂੰ ਵੀ ਪਾ ਦਈਏ ਡਸਟਬਿਨ 'ਚ। ਬਿਲਕੁਲ ਜੀ, 2013 ਦੇ ਵਿੱਚ ਜਿਹੜਾ ਕਿਸਾਨ ਐਕਟ ਬਣਿਆ ਸੀ, ਮੇਰਾ ਖਿਆਲ ਕਿਸੇ ਨੂੰ ਪਤਾ ਹੀ ਨਹੀਂ ਵੀ ਉਹ ਐਕਟ ਬਣ ਗਿਆ ਸੀ। ਅੱਛਾ ਜੀ। ਜਦੋਂ ਇਹ ਐਕਟ ਬਣਿਆ ਉਸ ਦਿਨ ਵਿਧਾਨ ਸਭਾ ਦੇ ਵਿੱਚ ਇੱਕ ਤਰਫਾ ਕੰਮ ਹੀ ਸੀ। ਤੁਹਾਡੇ ਯਾਦ ਹੋਣਾ ਹੈ, ਮੇਰਾ ਖਿਆਲ ਹੈ ਸ਼ਾਇਦ ਤਰਨਤਾਰਨ ਦੀ ਇੱਕ ਦਲਿਤ ਕੁੜੀ ਸੀ ਜੀ, ਜਿਹਦੇ ਨਾਲ ਕੋਈ ਮਤਲਬ ਮਾਰਪਿੱਟ, ਉਹ ਤਰਨਤਾਰਨ ਵਿਆਹ ਦੇ ਮੈਰਿਜ ਪੈਲੇਸ ਦੇ ਬਾਹਰ ਹੋਈ ਸੀ, ਕੁਛ ਹੋਈ ਸੀ। ਹਾਂਜੀ, ਮੈਨੂੰ ਪਤਾ ਡੇ ਨਾਈਟ ਸੀਗੇ। ਉਸ ਮੁੱਦੇ ਨੂੰ ਲੈ ਕੇ ਜਿਹੜੀ ਹੈਗੀ ਹੈ 2013 ਦੇ ਵਿੱਚ ਪੰਜਾਬ ਦੀ ਕਾਂਗਰਸ ਨੇ, ਖਾਸ ਕਰਕੇ ਸੁਨੀਲ ਜਾਖੜ ਸਾਹਿਬ ਨੇ ਜੀ, ਉਦੋਂ ਸੁਨੀਲ ਜਾਖੜ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ ਮੇਰੇ ਖਿਆਲ ਹੈ, ਉਹਨਾਂ ਨੇ ਉਸ ਕੁੜੀ ਨੂੰ ਲਿਆਂਦਾ ਸੀ ਅਸੈਂਬਲੀ ਦੇ ਹਾਲ ਦੇ ਵਿੱਚ ਤੇ ਪ੍ਰੈਸ ਕਾਨਫਰੰਸ ਵਗੈਰਾ ਮੌਕ ਅਸੈਂਬਲੀ ਹੈ ਜਿਹੜੀ ਬਾਹਰ ਲਾਈ ਸੀ। ਉਸ ਦਿਨ ਜਿਹੜੇ ਹੈਗੇ ਹੈ ਕਾਂਗਰਸ ਦਾ ਇੱਕ ਵੀ MLA ਅੰਦਰ ਨਹੀਂ ਸੀ ਜੀ।
ਅੰਦਰ ਕੌਣ ਸੀ? ਅਕਾਲੀ ਦਲ ਹੈ। ਅਕਾਲੀ ਦਲ ਨੇ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸੀ, ਤੇ ਭਾਈਵਾਲ ਸੀ ਇਹਨਾਂ ਦੀ ਬੀਜੇਪੀ। ਜੀ ਜੀ। ਉੱਥੇ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ। ਉਸ ਕਾਨੂੰਨ ਦੇ ਜ਼ਰੀਏ ਉਹਨਾਂ ਨੇ ਜਿਹੜਾ ਹੈਗਾ ਕੰਟਰੈਕਟ ਫਾਰਮਿੰਗ ਵਾਲਾ ਬਣਾਇਆ ਸੀ, ਤੇ ਉਹਦੇ ਵਿੱਚ ਉਹਨਾਂ ਨੇ ਇੱਕ ਕਲਾਜ਼ ਪਾਤੀ ਸੀ ਜੀ ਕਿ ਜਿਹੜਾ ਬੰਦਾ ਇਸ ਕਾਨੂੰਨ ਦੀ ਉਲੰਘਣਾ ਕਰੂਗਾ ਕਿਸਾਨ, ਉਹਨੂੰ 1 ਮਹੀਨੇ ਦੀ ਕੈਦ ਝੱਲਣੀ ਪਊ। ਅੱਛਾ। ਜੁਰਮਾਨਾ ਵੀ ਹੋ ਸਕਦਾ ਹੈ। ਦੱਸੋ। ਤੇ ਨਾਲ ਇਹ ਵੀ ਕਿਹਾ ਸੀ ਕਿ ਦੋਨੇ ਸਜ਼ਾਵਾਂ ਵੀ ਮਿਲ ਸਕਦੀਆਂ। ਹਾਂਜੀ। ਜੁਰਮਾਨਾ ਵੀ ਤੇ ਕੈਦ ਵੀ। ਪਰ ਉਹ ਕਾਨੂੰਨ ਜਿਹੜਾ ਹੈਗਾ ਨਾ ਤਾਂ ਉਹ ਨੋਟੀਫਾਈ ਹੋਇਆ, ਔਰ ਨਾ ਹੀ ਜਿਹੜਾ ਕਮਿਸ਼ਨ ਬਣਨਾ ਸੀ ਉਹਦੇ ਸੰਬੰਧ ਉਹ ਕਮਿਸ਼ਨ ਬਣਿਆ। ਜੀ। ਕਾਨੂੰਨ ਹੈਗਾ, ਕਾਨੂੰਨ ਕਿਤਾਬ ਦੇ ਵਿੱਚ ਚੜਿਆ ਹੋਇਆ, ਲੇਕਿਨ ਕਾਨੂੰਨ ਲਾਗੂ ਨਹੀਂ ਹੋਇਆ। ਜੀ। ਰਫੜ ਕਿੱਥੇ ਪੈ ਗਿਆ? ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਕਿਸਾਨ ਮੁੱਦੇ ਨੂੰ ਲੈ ਕੇ ਬਹਿਸ ਹੋ ਰਹੀ ਸੀ, ਰਫੜ ਪੈ ਰਿਹਾ ਸੀ, ਜੀ, ਉਦੋਂ ਤੋਮਰ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ। ਕਹਿੰਦੇ ਸਾਡੇ ਵਾਲੇ ਕਾਨੂੰਨ ਤਾਂ ਪੰਜਾਬ ਵਾਲੇ ਕਾਨੂੰਨ ਨਾਲੋਂ ਚੰਗੇ ਹੈ। ਜੀ। ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਬਣਿਆ, ਕਹਿੰਦੇ ਉਹਦੀ ਤਾਂ ਕੈਦ ਦਾ ਪ੍ਰਬੰਧ ਕੀਤਾ ਹੋਇਆ, ਸਾਡੇ ਵਾਲੇ 'ਚ ਕੈਦ ਦਾ ਪ੍ਰਬੰਧ ਤਾਂ ਹੈ ਨਹੀਂ। ਜੀ। ਤੇ ਆਪਣੇ ਭਾਈਆਂ ਨੇ ਫਿਰ ਸੋਚਿਆ ਨਹੀਂ, ਕੀਤਾ ਨਹੀਂ ਵੀ ਲੈਣੇ ਦੇ ਦੇਣੇ ਪੈ ਜਾਣਗੇ। ਰੌਲਾ ਪਾਤਾ। ਦੇਖੋ ਜੀ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਾਨੂੰਨ ਬਣਾਤੇ, ਆਹ ਕਾਨੂੰਨ, ਆਹ ਕਾਨੂੰਨ, ਆਹ ਕਾਨੂੰਨ। ਜੀ। ਜਵਾਬ ਤਾਂ ਉਦੋਂ ਵੀ ਦਿੱਤਾ ਸੀ ਕਾਂਗਰਸ ਵਾਲਿਆਂ ਨੇ, ਪਰ ਉਹ ਜਿਹੜਾ ਨਾ ਕਾਂਗਰਸ ਦੀ ਇੱਕ ਬਦਕਿਸਮਤੀ ਹੈ ਕਿ ਇਹ ਬੋਲਦੇ ਤਾਂ ਹੈ ਤੇ ਐਂ ਜੇ ਬੋਲ ਕੇ ਨਾ ਗੱਲ ਜੀ ਨੂੰ ਛੱਡ ਦਿੰਦੇ। ਜੀ। ਜਿਵੇਂ ਛੱਜ ਬੰਨ ਲੈਂਦੇ ਨਾ ਅਕਾਲੀ ਦਲ ਵਾਲੇ, ਵੀ ਜਦੋਂ ਡਮਰੂ ਕੁੱਟਦੇ ਤੇ ਫਿਰ ਕੁੱਟੀ ਜਾਂਦੇ ਵੀ ਆਹ ਖਾ ਗਿਆ, ਉਹ ਲੁੱਟ ਲਿਆ, ਉਹ ਪੱਟ ਗਿਆ। ਇਹਨਾਂ ਦੇ ਵਿੱਚ ਇਹ ਨਹੀਂ, ਇਹਨਾਂ ਨੇ ਜੇ ਕੁਝ ਕੀਤਾ ਕਰਾਇਆ ਹੋਵੇ, ਇਹਨਾਂ ਦੀ ਕੋਈ ਚੰਗੀ ਗੱਲ ਹੋਵੇ, ਉਹਦਾ ਵੀ ਪ੍ਰਚਾਰ ਨਹੀਂ ਕਰਦੇ। ਜੀ ਜੀ। ਤੇ ਜੇ ਕਿਸੇ ਨੇ ਮਾੜਾ ਕੀਤਾ ਦੂਜੇ ਪਾਸੇ ਵਾਲਾ, ਉਹਦਾ ਵੀ ਨਹੀਂ ਕਰਦੇ। ਇੱਕ ਅੱਧਾ ਜੇ ਜਾਖੜ ਬੋਲੀ ਜਾਊ ਤਾਂ ਇਕੱਲਾ ਜਾਖੜ ਹੀ ਬੋਲੂ, ਦੂਜਾ ਨਹੀਂ ਬੋਲਦਾ। ਦੂਜੇ ਇਸ ਗੱਲ ਦੇ ਉੱਤੇ ਅਕਟਮੱਕਾ ਕਰ ਲੈਂਦੇ, ਆਹ ਦੇਖੋ ਜੀ ਜਾਖੜ ਤੁਹਾਡੇ ਖਿਲਾਫ ਬੋਲਦਾ ਹੈ। ਪਰ ਹੁਣ ਜਾਖੜ ਫੇਰ ਬੋਲ ਪਿਆ। ਜੀ। ਜਾਖੜ ਸਾਹਿਬ ਨੇ ਕਹਿ ਦਿੱਤਾ ਹੈ ਕਿ ਆਉਂਦੇ ਸੈਸ਼ਨ ਦੇ ਵਿੱਚ, ਜੀ, ਸ਼ਾਇਦ ਮਾਨਸੂਨ ਸੈਸ਼ਨ ਦੇ ਵਿੱਚ, ਸਾਡਾ ਕੋਈ ਇਰਾਦਾ ਤਾਂ ਹੈ ਨਹੀਂ ਸੀ, ਕਾਨੂੰਨ ਤਾਂ ਕਹਿੰਦੇ ਬੇਅਸਰ ਹੈ। ਅੱਛਾ ਜੀ। ਪਰ ਹੁਣ ਅਸੀਂ ਲੋਕਾਂ ਨੂੰ ਦੱਸਣ ਵਾਸਤੇ ਕਾਨੂੰਨ ਨੂੰ ਰੱਦ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੇ ਜੀ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਇਹਨੂੰ ਰੱਦ ਕਰਾਓ। ਕਾਨੂੰਨੀ ਮਸ਼ੀਰਾਂ ਨਾਲ ਰਾਏ ਕਰੋ ਕਿਵੇਂ ਇਹਨੂੰ ਰੱਦ ਕਰਨਾ ਕਰਾਉਣਾ ਹੈ। ਤੇ ਇਹਦਾ ਹੁਣ ਦਾਨੇਵਾਲੀਆ ਸਾਹਿਬ ਅਸਰ ਕੀ ਪੈਣਾ? ਜੀ। ਅਸਰ ਇਹ ਪੈਣਾ ਕਿ ਇਹਦੇ ਤੇ ਬਹਿਸ ਹੋਣੀ ਹੈ। ਇੱਕ ਬਹਿਸ ਪਹਿਲਾਂ ਹੋਈ ਸੀ, ਜੀ, 2 ਬਹਿਸਾਂ ਹੋਈਆਂ ਸੀ। ਤੁਸੀਂ ਟੂਡੇ ਦੀ ਗੱਲ ਕੀਤੀ ਸੀ, ਰੇਡੀਓ ਪੰਜਾਬ ਟੂਡੇ ਦੀ, ਉਦੋਂ ਆ ਨਾ ਡੇ ਐਂਡ ਨਾਈਟ ਦੀ। ਹਾਂਜੀ, ਡੇ ਐਂਡ ਨਾਈਟ ਤੋਂ ਪਹਿਲਾਂ ਇੱਕ ਤੁਸੀਂ ਟੂਡੇ 'ਚ ਵੀ ਕੰਮ ਕਰਦੇ ਸੀ, ਪੰਜਾਬ ਟੂਡੇ 'ਚ। ਉਹ ਡਿਬੇਟ ਹੋਈ ਸੀ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਤੇ ਲਾਈਵ ਹੋਈ ਸੀ ਪਹਿਲੀ ਵਾਰੀ ਵਿਧਾਨ ਸਭਾ, ਪਹਿਲੀ ਵਾਰੀ ਲਾਈਵ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ, ਤੇ ਬੜੀ ਬਾਦਲ ਸਾਹਿਬ ਨੇ ਵੀ ਭਾਗ ਲਿਆ ਸੀ। ਬੜੀਆਂ ਕਿਤਾਬਾਂ ਦੋਨਾਂ ਤਰ੍ਹਾਂ ਨੇ ਪੇਸ਼ ਕੀਤੀਆਂ ਸੀ, ਤੇ ਉਹਦੀ ਚਰਚਾ ਪੁਰਾਣੇ ਬੰਦੇ ਅੱਜ ਤੱਕ ਕਰਦੇ ਆ ਵੀ ਯਾਰ ਐਨ ਪੜ੍ਹਨੇ ਪਾਤੇ ਸੀ ਅਕਾਲੀ ਦਲ ਵਾਲੇ। ਦੂਜੀ ਡਿਬੇਟ ਫਿਰ ਹੋਰ ਹੋਈ ਸੀ ਜੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਜੀ ਅਕਾਲੀ ਦਲ ਨੂੰ ਜਿਹੜਾ ਮਤਲਬ ਆਪਾਂ ਕਹਾਂਗੇ ਝਟਕਾ ਦਿੱਤਾ ਹੈ ਜੀ। ਉਹ ਝਟਕੇ ਦਾ ਅਸਰ ਅਜੇ ਵੀ ਦਿਸਦਾ, ਤੇ ਆ ਵੀ ਹੁਣ ਵੇਖ ਲਓ ਤੁਸੀਂ, ਮਤਲਬ ਆ ਮਿਊਨਿਸਪਲ ਚੋਣਾਂ ਦੇ ਵਿੱਚ ਵੀ ਉਹ ਬਰਕਰਾਰ ਹੈ ਜੀ। ਤੇ ਤੀਜੀ ਬਹਿਸ ਫਿਰ ਇਸ ਕਾਨੂੰਨ ਤੇ ਹੋਣੀ ਹੈ ਜੀ। ਇਸ ਕਾਨੂੰਨ ਦੇ ਉੱਤੇ ਜਦੋਂ ਬਹਿਸ ਹੋਊਗੀ, ਉਦੋਂ ਕਾਂਗਰਸੀ ਪਾਣੀ ਪੀ ਕੇ ਦੱਸਣਗੇ ਕਿ ਜੀ ਆਹ ਦੇਖੋ ਕਿਸਾਨਾਂ ਦੇ ਹਮਾਇਤੀਆਂ ਨੇ ਜੀ, ਕਿਸਾਨਾਂ ਦੇ ਹਮਾਇਤੀਆਂ ਨੇ ਕਿਸਾਨ ਵਿਰੋਧੀ ਕਾਰਾ ਕੀਤਾ ਸੀ ਜੀ ਜੀ। ਕੱਲ ਪੱਤਰਕਾਰਾਂ ਨੇ ਜਾਖੜ ਸਾਹਿਬ ਨੂੰ ਪੁੱਛ ਵੀ ਲਿਆ ਕਿ 2017 'ਚ ਤੁਸੀਂ ਵੀ ਕਾਨੂੰਨ ਬਣਾਏ ਸੀ? ਹਾਂਜੀ। ਉਹ ਆਖਦੇ ਹਾਂ ਬਣਾਇਆ ਸੀ। ਅਸੀਂ ਕਿਹੜਾ ਕਾਨੂੰਨ ਬਣਾਇਆ? ਅਸੀਂ ਕਹਿੰਦੇ ਕਾਨੂੰਨ ਬਣਾਇਆ ਸੀ ਕਿ ਲੱਕੜ, ਫੁੱਲਾਂ ਜੀ ਤੇ ਹਾਰਾਂ ਦਾ ਕੋਈ ਜਿਹੜੀ ਇਸ ਕਿਸਮ ਦੀ ਜਿਹੜੀ ਮਾਰਕੀਟਿੰਗ ਹੋਣੀ ਹੈ, ਉਹਦੇ ਵਾਸਤੇ ਅਸੀਂ ਕਾਨੂੰਨ ਬਣਾਇਆ ਸੀ ਕਿ ਪ੍ਰਾਈਵੇਟ ਮੰਡੀਆਂ ਹੋ ਸਕਦੀਆਂ ਜੀ। ਪਰ ਉਹਨਾਂ ਪ੍ਰਾਈਵੇਟ ਮੰਡੀਆਂ ਦੇ ਉੱਤੇ ਕੁੰਡਾ ਵੀ ਹੈ। ਪ੍ਰਾਈਵੇਟ ਮੰਡੀ ਮਾਰਕੀਟਿੰਗ ਬੋਰਡ ਦੀ ਮਨਜ਼ੂਰੀ ਤੋਂ ਬਗੈਰ ਨਹੀਂ ਹੋ ਸਕਦੀ। ਤੇ ਜਦੋਂ ਤੁਸੀਂ ਮਾਰਕੀਟਿੰਗ ਬੋਰਡ ਤੋਂ ਮਨਜ਼ੂਰੀ ਲਓਗੇ, ਤੇ ਮਾਰਕੀਟਿੰਗ ਬੋਰਡ ਵਾਲੇ ਨੇ ਆਪਦੀਆਂ ਕੰਡੀਸ਼ਨਾਂ ਵੀ ਲਾਉਣੀਆਂ, ਤੇ ਆਪਦਾ ਉਹ ਵੀ ਲੈਣਾ ਹੈ, ਉਹਦਾ ਕਮਿਸ਼ਨ ਵੀ ਲੈਣਾ, ਟੈਕਸ ਵੀ ਲੈਣਾ, ਟੈਕਸ ਵੀ ਲੈਣਗੇ। ਜਿਹੜੇ ਇਹ ਕਾਨੂੰਨ ਲੈ ਕੇ ਆ ਰਹੇ, ਇਹ ਤਾਂ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਤਾਂ ਕੋਈ ਬੁਲਾ ਹੀ ਨਹੀਂ ਸਕਦਾ, ਤੁਹਾਨੂੰ ਸਾਰੀਆਂ ਫੀਸਾਂ ਮਾਫ, ਤੁਹਾਨੂੰ ਜਿਹੜਾ RDF ਰੂਰਲ ਡਿਵੈਲਪਮੈਂਟ ਫੰਡ ਹੈ, ਜਾਂ ਜਿਹੜੇ ਦੂਜੇ ਤੁਹਾਡੇ ਮਾਰਕੀਟਿੰਗ ਸੈਸ ਵਗੈਰਾ ਹੈ, ਉਹ ਸਾਰੇ ਦਾ ਸਾਰਾ ਤੁਹਾਡਾ ਖਤਮ ਹੋ ਜਾਣਾ। ਆਪਾਂ ਪਹਿਲਾਂ ਕਰ ਹੀ ਚੁੱਕੇ ਹਾਂ ਇਸ ਗੱਲ, ਉਧਰੋਂ ਲੈ ਕੇ ਤੇ ਸਰਕਾਰ ਅੱਧਾ ਕਿਸਾਨਾਂ ਨੂੰ ਦੇ ਕੇ ਲਾਲਚ ਚ ਪਾਉਣਾ। ਬਿਲਕੁਲ ਜੀ, ਉਹ ਤਾਂ ਜਦੋਂ ਮਰਜ਼ੀ ਇੱਕ ਵਾਰੀ ਦੇ ਦਿਓ, ਮੁਫਤ ਵਾਂਗੂ ਆ ਦਿੱਤਾ ਹੀ ਸੀ ਇੰਟਰਨੈਟ ਮੁਫਤ, ਤੇ ਹੁਣ ਕੀ ਇਹ ਹੁਣ ਜਦੋਂ ਫਿਰ ਇਹ ਆਊ ਜਿਹੜੀ ਇਹਦੇ ਤੇ ਅੱਗੇ ਜਿਹੜੀ ਹੋਣੀ ਹੈ ਨਾ, ਤੁਹਾਡੀ ਜਿਹੜੀ ਡਿਬੇਟ ਹੋਣੀ ਹੈ ਜੀ, ਉਹ ਡਿਬੇਟ ਦਾ ਅਸਰ ਫਿਰ 2022 ਤੇ ਵੀ ਪਊਗਾ। ਇਹ ਡਿਬੇਟ ਜਿਹੜੀ ਕਿਤੇ ਐਵੇਂ ਨਹੀਂ ਆ ਰਹੀ। ਇਹ ਡਿਬੇਟ ਜਿਹੜੀ ਡਿਬੇਟ ਤੋਮਰ ਸਾਹਿਬ ਨੇ ਸ਼ੁਰੂ ਕੀਤੀ ਸੀ ਜੀ, ਤੋਮਰ ਸਾਹਿਬ ਨੇ ਕਿਹਾ ਸੀ ਵੀ ਚਲੋ ਚਲਦੀ ਗੁੱਲੀ ਤੇ ਬੱਗ ਲਾ ਦਿਓ, ਉਹਨਾਂ ਨੇ ਤਾਂ ਬੱਗ ਲਾ ਕੇ ਖੜਾ ਛਡਾਉਣ ਦਾ ਕੋਸ਼ਿਸ਼ ਕੀਤਾ ਸੀ। ਲੇਕਿਨ ਜੋ ਕੁਝ ਮਿਊਨਿਸਪਲ ਕਮੇਟੀ ਜੋ ਹੈ, ਇਹੀ ਕੁਝ ਅੱਗੇ ਫਿਰ 2014 ਚ ਹੋਇਆ, 2024 ਚ ਹੋਵੇ, ਇਹਦਾ ਪ੍ਰਬੰਧ ਕਰ ਰਹੇ ਕਾਂਗਰਸ ਵਾਲੇ। ਸੋ ਹੁਣ ਢਿੱਲੋਂ ਸਾਹਿਬ
ਗੱਲ ਕਰੀਏ ਕਹਿੰਦੇ ਇਹ ਵੀ ਕਹਿੰਦੇ ਇੱਕ ਤਾਂ ਗੱਲ ਸੁਣੀ ਸੀ, ਕਹਿੰਦੇ ਦਾਦੇ ਦੀਆਂ ਕੀਤੀਆਂ ਪੋਤਿਆਂ ਨੂੰ ਭੁਗਤਣੀਆਂ ਪੈਂਦੀਆਂ। ਉਹ ਮੈਨੂੰ ਅੱਜ ਨਾ ਉਹ ਗੱਲ ਜੀ ਸੱਚੀ ਹੁੰਦੀ ਲੱਗਦੀ ਨਜ਼ਰ ਆ ਰਹੀ ਹੈ। ਯੂਪੀ ਪੁਲਿਸ ਨੇ ਕਰਤੀ ਹੈ ਜੀ। ਕਹਿੰਦੇ ਜੀ ਕਹਿੰਦਾ ਜੰਮਿਆ ਵੀ ਨਹੀਂ ਸੀ ਪੁੱਤ ਤੂੰ, ਕਹਿੰਦਾ ਆਪਦੇ ਦੇਹ ਜੰਮਣ ਤੋਂ ਪਹਿਲਾਂ ਦਾ ਲੇਖਾ ਜੋਖਾ ਕੀ ਹੈ ਜੀ। ਦੇਖੋ ਅੱਜ ਕੱਲ੍ਹ ਇੱਕ ਬੰਦਾ ਜਿਹੜਾ ਹੈਗਾ ਉਹ ਬੜੀ ਚਰਚਾ 'ਚ ਹੈ। ਉਹਦਾ ਨਾਂ ਹੈ ਮੁਖਤਾਰ ਅੰਸਾਰੀ ਜੀ। ਬੰਦਾ ਉਹ MLA ਵੀ ਹੈ। ਜੇ ਅਸੀਂ ਉਹਦੇ ਪਿਛੋਕੜ ਦੇ ਵਿੱਚ ਚੱਲੀਏ ਜੀ ਤੇ ਉਹਦਾ ਦਾਦਾ 1930 ਦੇ ਵਿੱਚ ਕਾਂਗਰਸ ਕਮੇਟੀ ਦਾ ਕੌਮੀ ਪ੍ਰਧਾਨ ਹੁੰਦਾ ਸੀ ਜੀ। ਇੱਕ ਸਾਡੇ ਅੰਸਾਰੀ ਸਾਹਿਬ ਉਪ ਰਾਸ਼ਟਰਪਤੀ ਹੋਏ। ਬਿਲਕੁਲ ਪਿੱਛੇ ਜੀ ਉਹਨਾਂ ਦੀ ਵੀ ਇੱਕ ਇੰਟਰਵਿਊ ਜੀ ਬੜੀ ਵਾਇਰਲ ਹੋ ਰਹੀ ਸੀ। ਹਾਂ ਇੰਟਰਵਿਊ ਆ ਕਿਤਾਬ ਵੀ ਉਹਨਾਂ ਨੇ ਜਾਰੀ ਕੀਤੀ ਸੀ ਕਦੀ। ਉਹ ਅੰਸਾਰੀ ਸਾਹਿਬ ਵੀ ਉਹਨਾਂ ਦੇ ਖਾਨਦਾਨ ਚੋਂ ਹੈ ਜੀ, ਜਿਹਦਾ ਦਾਦਾ 1930 ਦੇ ਵਿੱਚ ਕਾਂਗਰਸ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਵੇ ਜੀ। ਔਰ ਉਹ ਆਪ ਵੀ ਲੰਬੇ ਸਮੇਂ ਤੋਂ MLA ਜਿੱਤਦਾਰ ਹੈ। ਉਹ ਜੇਲ੍ਹ ਦੇ ਵਿੱਚ ਬੈਠਾ ਵੀ MLA ਬਣਦਾ ਹੈ ਜੀ। ਉਹਨੂੰ ਰਾਬਨ ਹੁੱਡ ਵੀ ਕਹਿੰਦੇ ਆ ਵੀ ਆਪਦੇ ਇਲਾਕੇ ਦਾ ਰਾਬਨ ਹੁੱਡ ਹੈ ਜੀ ਜੀ। ਲੇਕਿਨ ਗੈਂਗਸਟਰ ਵੀ ਹੈਗਾ, ਕੋਈ ਸ਼ੱਕ ਹੀ ਨਹੀਂ। ਆਪਾਂ ਉਸ ਚੀਜ਼ ਨਾਲ ਉਹ ਬੰਦਾ ਇਸ ਵੇਲੇ ਰੋਪੜ ਦੀ ਜੇਲ੍ਹ 'ਚ ਬੰਦ ਹੈ। ਪਹਿਲਾਂ ਉਹਦੇ ਤੇ ਮੁਕੱਦਮੇ ਯੂਪੀ ਚੱਲਦੇ ਸੀ ਜੀ। ਯੂਪੀ ਜਦੋਂ ਜੋਗੀ ਸਾਹਿਬ ਦੀ ਸਰਕਾਰ ਹੋ ਗਈ ਤੇ ਇੱਥੇ ਮੁਕਾਬਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਫਿਰ ਕਹਿੰਦੇ ਵੀ ਪੰਜਾਬ ਪੁਲਿਸ ਉਹਨੂੰ ਇੱਕ ਇੱਥੇ ਕੋਈ ਫਰੌਤੀ ਦੇ ਮਾਮਲੇ ਦੇ ਵਿੱਚ ਲੈ ਆਈ ਜੀ। ਕਿਸੇ ਤੋਂ ਪੈਸੇ ਪੂਸੇ ਮੰਗਣ ਦੇ ਮਾਮਲੇ 'ਚ ਲੈ ਆਈ, ਲਿਆ ਕੇ ਅਦਾਲਤ 'ਚ ਪੇਸ਼ ਕੀਤਾ, ਅਦਾਲਤ 'ਚੋਂ ਅੰਦਰ ਚਲਾ ਗਿਆ। ਹੁਣ ਯੂਪੀ ਪੁਲਿਸ ਕਹਿੰਦੀ ਹੈ ਵੀ ਅਸੀਂ ਇਹ ਬੰਦੇ ਨੂੰ ਲੈ ਕੇ ਜਾਣਾ ਤੇ ਮੁਕੱਦਮੇ ਹੈ। ਉਹ ਕਹਿੰਦਾ ਜੀ ਮੈਂ ਬਿਮਾਰ ਹਾਂ, ਮੈਂ ਜਾਣਾ ਨਹੀਂ। ਸਰਟੀਫਿਕੇਟ ਵੀ ਦੇਤੇ, ਸਾਰਾ ਕੁਝ ਕਰ ਕੇ ਵੀ ਇਹ ਠੀਕ ਹੈ ਤੇ ਮਾਮਲਾ ਸੁਪਰੀਮ ਕੋਰਟ 'ਚੋਂ ਵਿਚਾਰ ਅਧੀਨ। ਅੱਛਾ ਜੀ। ਵੀ ਆਵੇ ਕਿ ਨਾ ਆਵੇ। ਕਾਰਨ ਕੀ ਹੈ? ਕਾਰਨ ਕਹਿੰਦੇ ਜੀ ਉਹ ਕਹਿੰਦਾ ਜੀ ਮੈਨੂੰ ਇੱਥੋਂ ਮਾਰਨਗੇ। ਹਾਂ ਰਾਹ ਜਾਂਦੇ ਪਤਾ ਨਹੀਂ ਕਦੋਂ ਗੱਡੀ ਪਲਟ ਜੇ, ਗੱਡੀਆਂ ਵੀ ਬਦਲ ਜਾਂਦੀਆਂ। ਹਾਂ ਬਦਲ ਜਾਂਦੀਆਂ। ਉਹ ਲੱਗ ਜਾਂਦੇ ਆ ਤੁਹਾਡੇ ਕੀ ਟੋਲ ਪਲਾਜ਼ੇ ਵਾਲੇ ਗੇਟ ਲੱਗ ਜਾਂਦੇ। ਕੀ ਸੀ ਉਹਦਾ ਨਾਮ ਆਪਣਾ ਉਹ ਜਿਹੜਾ ਕਾਨਪੁਰ ਵਾਲਾ। ਇਹੋ ਜਿਹਾ ਕੰਮ ਹੋ ਜਾਂਦਾ ਕਿਉਂਕਿ ਉਹਨੂੰ ਪਤਾ ਹੈ ਕੰਮ ਹੋ ਸਕਦਾ ਜੀ ਜੀ। ਉਹ ਜਾਣ ਨੂੰ ਤਿਆਰ ਨਹੀਂ, ਪੰਜਾਬ ਸਰਕਾਰ ਉਹਨੂੰ ਭੇਜਣ ਨੂੰ ਤਿਆਰ ਨਹੀਂ। ਯੂਪੀ ਵਾਲੇ ਕਹਿੰਦੇ ਇਹਦੇ ਬਗੈਰ ਸਾਨੂੰ ਸਰਦਾ ਹੀ ਨਹੀਂ। ਪਰ ਨਾਲ ਇੱਕ ਉਹਨਾਂ ਨੇ ਹੋਰ ਕਾਰਵਾਈ ਕਰਤੀ ਜੀ। ਮੁਖਤਾਰ ਅੰਸਾਰੀ ਦੀ ਬੇਗਮ ਤੇ ਉਹਦੇ ਪੁੱਤ, ਅੱਛਾ ਜੀ, ਉਹਨਾਂ ਤੇ ਵੀ ਇੱਕ ਪਰਚਾ ਦਰਜ ਕਰਤਾ। ਆ ਜਾਓ। ਪਰਚਾ ਉਹਨਾਂ ਤੇ ਕੀ ਦਰਜ ਕੀਤਾ ਹੈ? ਪਰਚਾ ਇਹ ਦਰਜ ਕੀਤਾ ਹੈ ਵੀ ਕੋਈ ਬੰਦਾ ਸੀ ਜਿਹਦਾ ਨਾਂ ਸੀਗਾ ਆਪਣਾ ਅੱਛਾ ਉਹਦਾ ਕੋਈ ਹੋਣਾ, ਕੋਈ ਉਹਦੇ ਨਾਲ ਕੋਈ ਉਹਦੇ ਬਿਆਨ ਬੂਨ ਲਏ ਹੋਣੇ। ਨਹੀਂ ਬਿਆਨ ਨਹੀਂ, ਉਹ ਬੰਦਾ ਹੈਗਾ ਸੀਗਾ ਜੀ, ਉਹਦੇ ਮੇਰੇ ਨਾਂ ਨਿਕਲ ਗਿਆ ਚ। ਹਾਂ ਉਹਦਾ ਨਾਂ ਸੀਗਾ ਮੁਹੰਮਦ ਵਸੀਮ। ਅੱਛਾ ਜੀ। ਮੁਹੰਮਦ ਵਸੀਮ ਸ਼ਾਇਦ ਕਿਸੇ ਅਪਰਾਧ ਜਗਤ ਨਾਲ ਜੁੜਿਆ ਹੋਵੇ ਤੇ ਉਹ ਪਾਕਿਸਤਾਨ ਚਲਾ ਗਿਆ। ਅੱਛਾ ਜੀ। ਜਿਹੜੀ ਉਹਦੀ ਪ੍ਰਾਪਰਟੀ ਸੀ ਜਦ ਪਾਕਿਸਤਾਨ ਡਿਵੀਜ਼ਨ ਵੇਲੇ ਚਲਾ ਗਿਆ ਹੁਣੇ, ਜਿਹੜੀ ਉਹਦੀ ਪ੍ਰਾਪਰਟੀ ਸੀ ਉਸ ਪ੍ਰਾਪਰਟੀ ਦਾ ਸਰਕਾਰੀਕਰਨ ਹੋ ਗਿਆ ਜੀ। ਸਰਕਾਰ ਨੇ ਆਪਦੇ ਜਿਵੇਂ ਆਪਾਂ ਕਸਟੋਡੀਅਨ ਚ ਚਲੀ ਗਈ। ਕਸਟੋਡੀਅਨ ਚ ਕਹਿ ਦਿੰਦੇ। ਉਹ ਕਹਿੰਦੇ ਜੀ ਉਸ ਥਾਂ ਦੇ ਉੱਤੇ ਵਸੀਮ ਮੁਹੰਮਦ ਦੇ ਥਾਂ ਦੇ ਉੱਤੇ 2 ਟਾਵਰ ਬਣ ਗਏ। ਅੱਛਾ ਜੀ। ਟਾਵਰ ਆਪਾਂ ਸਮਝਦੇ ਸ਼ਹਿਰ ਦੇ ਫਲੈਟਾਂ ਵਾਲੇ ਟਾਵਰ ਬਣ ਗਏ। ਔਰ ਇਹਦੀ ਕਹਿੰਦੇ ਜੀ ਫਿਰ ਇੱਕ ਪੜਤਾਲ ਕੀਤੀ। ਇੱਕ ਲੇਖਪਾਲ ਹੈ, ਲੇਖਪਾਲ ਮੇਰੇ ਖਿਆਲ ਅਕਾਊਂਟੈਂਟ ਹੁੰਦਾ। ਹਾਂ। ਉਹਦਾ ਨਾਂ ਸੀ ਸੁਰਜਨ ਲਾਲ। ਅੱਛਾ ਜੀ। ਇਹ ਜਿਹੜੀਆਂ ਇਹ ਟਾਵਰ ਬਣੇ ਆ ਇਹ ਡਾਲੀਬਾਗ ਇਲਾਕਾ ਹੈ ਕਾਨਪੁਰ ਦਾ, ਤੁਹਾਡੇ ਲਖਨਊ ਦੇ ਨੇੜੇ ਤੇ ਮੇਰੇ ਖਿਆਲ ਮਊ ਦਾ ਜੋ ਉਸ ਇਲਾਕੇ 'ਚ ਡਾਲੀਬਾਗ ਇਲਾਕਾ ਹੈ ਜੀ। ਤੇ ਉਹਨੇ ਕੰਪਲੇਂਟ ਕਰਤੀ। ਉਹ ਕਹਿੰਦਾ ਜੀ ਆਹ ਦੇਖੋ ਆ ਜਿਹੜੇ ਹੈ ਨਾ 2 ਮੁੰਡੇ ਮੁਖਤਾਰ ਅੰਸਾਰੀ ਦੇ ਜੀ, ਇੱਕ ਦਾ ਨਾਂ ਆਵਾਜ਼ ਅੰਸਾਰੀ ਹੈ ਤੇ ਦੂਜੇ ਦਾ ਨਾਂ ਉਮਰ ਅੰਸਾਰੀ ਜੀ, ਤੇ ਇਹਨਾਂ ਦੀ ਮਾਂ, ਇਹਨਾਂ ਦੇ ਨਾਂ ਤੇ ਕਹਿੰਦੀ ਜੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਇਹਨਾਂ ਦੇ ਖਿਲਾਫ ਕਾਰਵਾਈ ਹੋਵੇ ਜੀ। ਲਓ ਜੀ, ਪੁਲਿਸ ਨੇ ਕੇਸ ਰਜਿਸਟਰ ਕਰ ਲਿਆ। ਕੇਸ ਰਜਿਸਟਰ ਕਰਕੇ ਇਨਾਮ ਵੀ ਰੱਖਤਾ। ਅੱਛਾ ਜੀ। ਗ੍ਰਿਫਤਾਰੀ ਦਾ ਵੀ ਹਾਂ ਵੀ ਜਿਹੜਾ ਬੰਦਾ ਇਹਨਾਂ ਨੂੰ ਫੜਾਊਗਾ ਤੇ ਇਹਨਾਂ ਨੂੰ ਦੱਸੋ। ਇਹ ਵੀ ਅੱਜ ਕੱਲ੍ਹ ਨਵਾਂ ਰਿਵਾਜ ਚੱਲ ਪਿਆ, ਜਿਵੇਂ ਕਿਸਾਨ ਨੇਤਾਵਾਂ ਤੇ ਕੀਤਾ ਹੋਇਆ ਕੀ ਕਿ ਮੁਖਤਾਰ ਅੰਸਾਰੀ ਦੀ ਬੇਗਮ ਹੈ ਜਿਹੜੀ ਜੀ, ਉਹ ਹਾਈ ਕੋਰਟ ਚਲੀ ਗਈ, ਉਹਨੂੰ ਹਾਈ ਕੋਰਟ ਚੋਂ ਪੇਸ਼ਗੀ ਜ਼ਮਾਨਤ ਮਿਲ ਗਈ। ਮੁੰਡੇ ਜਿਹੜੇ ਦੋਨੇ ਉਹ ਅੰਡਰਗਰਾਊਂਡ ਚਲੇ ਗਏ ਪਹਿਲਾਂ ਤਾਂ ਜੀ। ਫਿਰ ਹੁਣ ਜਾਣ ਕਿੱਥੇ ਪਤਾ ਉਹਨਾਂ ਨੂੰ ਵੀ ਪਿਓ ਨੂੰ ਵੀ ਲਿਆਉਣ ਨੂੰ ਫਿਰਦੇ, ਮਸ਼ਕਾਂ ਤੇ ਸਾਡੀਆਂ ਵੀ ਬੰਨਣ ਨੂੰ ਫਿਰਦੇ ਜੀ। ਅਲਟੀਮੇਟਲੀ ਉਹ ਵੀ ਹਾਈ ਕੋਰਟ ਚਲੇ ਗਏ ਜੀ। ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਾਤੀ ਜੀ ਕਿ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ। ਤੇ ਗੋਦੀ ਆਪਣੇ ਜਿਹੜੇ ਜੋਗੀ ਜੀ ਦੀ ਪੁਲਿਸ ਕਹਿੰਦੀ ਜੀ ਆਜੋ ਫਿਰ ਇਨਵੈਸਟੀਗੇਸ਼ਨ ਤਾਂ ਜੁਆਇਨ ਕਰ ਲਓ ਜੀ ਜੀ। ਅਦਾਲਤ ਨੇ ਵੀ ਕਿਹਾ ਸੀ ਵੀ ਜਦੋਂ ਤੁਹਾਨੂੰ ਬੁਲਾਉਣ ਭਾਈ ਇਨਵੈਸਟੀਗੇਸ਼ਨ ਜੁਆਇਨ ਪਊਗੀ। ਉਹ ਹੁਣ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਗਏ ਸੀ। 5 ਘੰਟੇ ਬਹਾਇਆ ਜੀ ਦੋਨਾਂ ਨੂੰ ਜੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਬਜ਼ਾ ਕਦੋਂ ਇੰਨੇ ਸਾਲ ਪਹਿਲਾਂ ਕਬਜ਼ਾ ਕੀਤਾ ਹੈ, ਇਹ ਦੱਸੋ ਕਬਜ਼ਾ ਤੁਸੀਂ ਕਿਵੇਂ ਕੀਤਾ ਸੀ ਜੀ, ਇਹ ਕੀ ਕਾਰਵਾਈ ਕੀਤੀ ਸੀ। ਅੱਛਾ ਗਾਂ ਜਦੋਂ ਉਹਨਾਂ ਦਾ ਰਿਕਾਰਡ ਕੱਢ ਕੇ ਦੇਖਿਆ
ਉਹਨਾਂ ਦੀ ਜਨਮ ਪੱਤਰੀ ਕੱਢ ਕੇ ਦੇਖੀ ਪੱਤਰਕਾਰਾਂ ਨੇ ਜੀ ਤੇ ਪਤਾ ਲੱਗਿਆ ਵੀ ਜਦੋਂ ਦਾ ਕਬਜ਼ਾ ਹੋਇਆ ਉਦੋਂ ਤਾਂ ਜੰਮੇ ਵੀ ਜੰਮੇ ਵੀ ਨਹੀਂ ਸੀ। ਉਹੀ ਫਿਰ ਆ ਗਿਆ ਨਾ, ਕੀਤੀਆਂ ਕੀਤੀਆਂ ਦੁੱਲੇ ਰਾਠਦੀਆਂ ਪੇਸ਼ ਲੱਗੀ ਰਹੀਆਂ। ਹਾਂ ਹੁਣ ਇੰਡੀਅਨ ਐਕਸਪ੍ਰੈਸ ਨੇ ਉਹਨਾਂ ਦਾ ਜਿਹੜਾ ਹਿੰਦੀ ਦਾ ਸੰਸਕਰਨ ਹੈ, ਉਹਨੂੰ ਆਪਾਂ ਕਹਿੰਦੇ ਐਡੀਸ਼ਨ ਹੈ, ਉਹਨੂੰ ਕਹਿੰਦੇ ਨੇ ਜਨਸੱਤਾ। ਜਨਸੱਤਾ, ਅੱਛਾ ਜੀ। ਉਹਨਾਂ ਨੇ ਅੱਜ ਇਹ ਸੁਰਖੀ ਲਾਈ ਹੈ ਵੀ ਮੁਖਤਾਰ ਅੰਸਾਰੀ ਦੇ ਪੁੱਤਰਾਂ ਤੋਂ ਜੀ ਉਦੋਂ ਦੇ ਮੁਕੱਦਮੇ ਦਾ ਹਿਸਾਬ ਕਿਤਾਬ ਮੰਗਿਆ ਜਾ ਰਿਹਾ ਜਦੋਂ ਅਜੇ ਪੈਦਾ ਹੀ ਨਹੀਂ ਸੀ ਹੋਏ। ਅੱਛਾ ਜੀ। ਇਹ ਹੈ ਜੀ ਸਾਡਾ ਮਤਲਬ ਜਿਹੜੀ ਆਪਾਂ ਕਹਾਂਗੇ ਕਾਰਾਮਦ ਸਰਕਾਰ। ਕਾਰਾਮਦ ਸਰਕਾਰ। ਤੇ ਹੁਣ ਕਹਿੰਦੇ ਰਹਿੰਦ ਖੂੰਦ ਵੀ ਕਹਿੰਦੇ ਆਪਾਂ ਵੇਚ ਦੇਣੀ ਹੈ ਜੀ ਕੋਈ ਬੈਂਕਾਂ ਬੁੰਕਾਂ ਦੀ। ਚਲੋ ਸਭ ਪੈਸੇ ਪੂਸੇ ਫਿਰ ਸੋਚ ਕੇ ਰੱਖਿਓ, ਕਹਿੰਦੇ ਇਹਦੇ ਲਈ ਕਾਨੂੰਨਾਂ 'ਚ ਵੀ ਸੋਧ ਦੀ ਤਿਆਰੀ ਕਰ ਲਈ ਹੈ। ਦੇਖੋ ਗੱਲ ਕੀ ਹੈ ਦਾਨੇਵਾਲੀਆ ਸਾਹਿਬ, ਵੀ ਬੈਂਕਾਂ ਬੂੰਕਾਂ ਤਾਂ ਜਿਹੜਾ ਹੈਗਾ ਕੀਤਾ ਹੀ ਹੈ। ਐਤਕੀ ਜਿਹੜਾ ਬਜਟ ਪੇਸ਼ ਕੀਤਾ ਹੈ ਹਾਂਜੀ, ਉਹਦੇ ਵਿੱਚ ਕਹਿੰਦੇ ਇੱਕ ਨਾ ਲਿਸਟ ਜੀ ਦਿੱਤੀ ਸੀ ਵੀ ਕੁਝ ਕੰਪਨੀਆਂ ਜਿਹੜਾ ਉਹਨਾਂ ਦਾ ਨਿੱਜੀਕਰਨ ਕਰਨਾ ਹੈ ਜੀ। ਆਮ ਤੌਰ ਤੇ ਕਹਿੰਦੇ ਹੁੰਦੇ ਕਿ ਜਿਹੜੀਆਂ ਕੰਪਨੀਆਂ ਬਿਮਾਰ ਹੋ ਜਾਣ, ਸਿੱਖ ਕੰਪਨੀਆਂ, ਉਹਨਾਂ ਨੂੰ ਡਿਸਇਨਵੈਸਟਮੈਂਟ ਹੋ ਜਾਂਦੀ ਹੈ, ਜਾਂ ਹੁਣ ਵੇਚਣ ਵਾਲੀ ਗੱਲ ਕਹਿ ਦਈਏ, ਵੇਚ ਦਿੱਤਾ ਜੀ ਹੈ। ਜੀ। ਇਹਦੇ 'ਚ ਕਾਫੀ ਸਾਰਾ ਉਹ ਚੀਜ਼ਾਂ ਲੈ ਆਉਂਦੀਆਂ ਜਿਹੜੀਆਂ ਚੀਜ਼ਾਂ ਮੁਨਾਫੇ ਵਾਲੀਆਂ ਸੀ। ਚਲੋ ਜੇ ਕਿਸੇ ਦੀ ਕੋਈ ਕਾਰਗੁਜ਼ਾਰੀ ਢਿੱਲੀ ਹੈ ਤੇ ਕੱਸੀ ਜਾ ਸਕਦੀ ਹੈ, ਬਿਲਕੁਲ ਜੀ। ਉਹਦੇ ਵਾਲੇ ਪਾਸੇ ਨਹੀਂ ਕੀਤੀ। ਤੇ ਹੁਣ ਕਹਿੰਦੇ ਜੀ ਅਸੀਂ 2 ਕਾਨੂੰਨ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਰੱਦ ਕਰਨਾ ਚਾਹੁੰਦੇ ਹਾਂ ਜੀ। ਇਹ ਕਾਨੂੰਨ ਕੀ ਹੈ ਜੀ? ਕਾਨੂੰਨ ਕਦੋਂ ਦੇ ਬਣੇ? ਕਾਨੂੰਨ ਇਹ ਬਹੁਤ ਪੁਰਾਣੇ ਬਣੇ। ਇੱਕ ਕਾਨੂੰਨ ਤਾਂ ਬਣਿਆ ਸੀਗਾ ਜੀ 1970 ਦੇ ਵਿੱਚ ਜੀ, ਤੇ ਦੂਜਾ ਬਣਿਆ ਸੀ 1980 ਦੇ ਵਿੱਚ ਜੀ। ਇਹ ਕਾਨੂੰਨ ਕਹਿੰਦੇ ਕੀ ਹੈ? ਇਹ ਕਾਨੂੰਨ ਇਹ ਕਹਿੰਦੇ ਹੈ ਕਿ ਜਿਹੜੇ ਹੈ ਬੈਂਕਾਂ ਦਾ ਕੌਮੀਕਰਨ ਕਰਨਾ ਹੈ, ਜਿਹੜੀਆਂ ਨਿੱਜੀ ਬੈਂਕਾਂ ਹੈ। ਅੱਛਾ ਜੀ। ਇਹ ਬੈਂਕਿੰਗ ਕੰਪਨੀ ਐਕਟ 1970 ਤੇ ਬੈਂਕਿੰਗ ਕੰਪਨੀ ਐਕਟ 1980 ਜੀ। ਔਰ ਇਹਨਾਂ ਦੋਨਾਂ ਕਾਨੂੰਨਾਂ ਦੇ ਜ਼ਰੀਏ ਜੀ 2 ਗੇੜਿਆਂ ਰਾਹੀਂ ਜਿਹੜੀਆਂ ਪ੍ਰਾਈਵੇਟ ਬੈਂਕਾਂ ਸੀ ਉਹਨਾਂ ਦਾ ਨੈਸ਼ਨਲਾਈਜੇਸ਼ਨ ਕੀਤਾ ਗਿਆ ਸੀ, ਹਾਂਜੀ, ਕੌਮੀਕਰਨ ਕੀਤਾ ਗਿਆ ਸੀ। ਇਹ ਸਰਕਾਰ ਇਹ ਕਹਿੰਦੀ ਹੁੰਦੀ ਸੀਗੀ ਜੀ ਅਸੀਂ ਜਿਹੜੀ ਇਹ ਸਰਕਾਰ ਤਾਂ ਜੇ ਮਗਰੋਂ ਬਣਦੀ, ਇਹਨਾਂ ਦੀ ਪਾਰਟੀ ਕਹਿੰਦੀ ਹੁੰਦੀ ਸੀ ਹਾਂਜੀ, ਕਿ ਸਾਡਾ ਜਿਹੜਾ ਹੈਗਾ ਜੀ, ਸਾਡਾ ਇੱਕੋ ਇੱਕ ਤਰੀਕਾਕਾਰ ਹੈ ਸਵਦੇਸ਼ੀ। ਦੇਸੀ ਖਾਣਾ ਖਾਓ, ਦੇਸੀ ਕੱਪੜੇ ਪਹਿਨੋ, ਦੇਸੀ ਸ਼ਰਬਤ ਪੀਓ, ਕੋਕ ਨਹੀਂ ਪੀਣਾ। ਸਵਦੇਸ਼ੀ ਦਾ ਨਾਰਾ ਦਿੱਤਾ ਸੀ ਨਾ, ਮੇਡ ਇਨ ਇੰਡੀਆ ਦਾ। ਆਪਾਂ ਮਤਲਬ ਦੇਸੀ ਕਹਿੰਦੇ ਨੇ, ਸਵਦੇਸ਼ੀ ਹਿੰਦੀ ਚ ਆ ਗਿਆ। ਟੁੱਥਪੇਸਟ ਨਹੀਂ ਇਸਤੇਮਾਲ ਕਰਨਾ ਜੀ, ਕਹਿੰਦੇ ਦਾਤਨ ਕਰੋ। ਸਾਰੀਆਂ ਚੀਜ਼ਾਂ ਦੱਸੀਆਂ ਜੀ, ਅਸੀਂ ਅਲਟਰਨੇਟ ਦੇ ਦਿੱਤਾ ਕਿ ਸਾਡੇ ਕੋਲੇ ਆਪਦੇ ਕੋਲੇ ਹੈ। ਤੇ ਮਹਾਤਮਾ ਗਾਂਧੀ ਦੇ ਫਿਰ ਉਹ ਜਿਹੜੇ ਹਵਾਲੇ ਵੀ ਦੇਣੇ ਸ਼ੁਰੂ ਕਰਤੇ ਕਿ ਉਹ ਕਹਿੰਦੇ ਸੀ ਜੀ ਪਿੰਡਾਂ ਦੇ ਵਿੱਚ ਕੁਦਰਤ ਹੈ, ਰੱਬ ਪਿੰਡਾਂ 'ਚ ਵੱਸਦਾ ਹੈ ਜੀ, ਤੇ ਪਿੰਡਾਂ ਨੂੰ ਜਿਹੜੀ ਹੈਗੀ ਹੈ ਪੇਂਡੂ ਇੰਡਸਟਰੀ ਨੂੰ ਪ੍ਰਮੋਟ ਕੀਤਾ ਜਾਵੇ ਵਗੈਰਾ ਵਗੈਰਾ ਸਾਰਾ ਕੁਝ ਕਹਿੰਦੇ ਹੁੰਦੇ ਸੀ। ਉਦੋਂ ਬੜੇ ਵਧੀਆ ਲੱਗਦੇ ਹੁੰਦੇ ਸੀ, ਬੜੇ ਪਿਆਰੇ ਸੀ ਵੀ ਯਾਰ ਬੀਜੇਪੀ ਬਹੁਤ ਵਧੀਆ ਪਾਰਟੀ ਹੈ। ਤੇ ਫਿਰ ਉਹ ਵੀ ਆਉਣ ਲੱਗ ਗਏ ਸੀ, ਕੋਕ ਦੇ ਵਿੱਚ ਆਹ ਐਲੀਮੈਂਟ ਪੈਂਦੇ, ਬੜਾ ਕੁਝ ਦੱਸਿਆ। ਉਹ ਸਵਦੇਸ਼ੀ ਜਾਗਰਣ ਮੰਚ ਇਹਨਾਂ ਦਾ ਇੱਕ ਮੰਚ ਆ RSS ਦਾ ਇੱਕ ਬ੍ਰਾਂਚ ਆ, ਉਹ ਆਪਣੇ ਸ਼ਹਿਰਾਂ ਦੇ ਵਿੱਚ ਆ ਕੇ ਪ੍ਰਚਾਰ ਕਰਦੇ ਹੁੰਦੇ ਸੀ। ਔਰ RSS ਦੇ ਵਰਕਰ ਹੈ ਜਿਹੜੇ ਲੋਕਾਂ ਨੂੰ ਦੁਕਾਨਾਂ 'ਚੋਂ ਕੱਢ ਕੇ ਲੈਂਦੇ ਵੀ ਆਹ ਸੁਣੋ ਅਸੀਂ ਕੀ ਕਰਾਂਗੇ ਜੀ। ਉਹ ਹੁਣ ਸਾਰਾ ਕੁਝ ਕਰਕੇ ਕਹਿੰਦੇ ਵੀ ਜਿਹੜੇ ਕੰਮ ਇੰਦਰਾ ਗਾਂਧੀ ਨੇ ਕੀਤੇ ਸੀ ਨਾ ਚੰਗੇ, ਉਹ ਅਸੀਂ ਪੁੱਠੇ ਕਰਨੇ। ਤੁਹਾਨੂੰ ਪਤਾ ਵੀ 1969 ਦੇ ਵਿੱਚ ਇੰਦਰਾ ਗਾਂਧੀ ਨੇ ਪਹਿਲੀ ਵਾਰੀ 14 ਬੈਂਕਾਂ ਨੂੰ ਕੌਮੀਕਰਨ ਦਾ ਹੀਆ ਕੀਤਾ ਸੀ ਜੀ ਜੀ। ਔਰ ਉਦੋਂ ਦੀਆਂ ਕੌਮੀ ਕੀਤੀਆਂ ਬੈਂਕਾਂ ਜਿਹੜੀਆਂ ਹੈਗੀਆਂ, ਉਹਨਾਂ ਬੈਂਕਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚੋਂ ਕੁਛ ਤਾਂ ਜੀ ਮਤਲਬ ਜਿਹੜੀਆਂ ਸੀਗੀਆਂ ਬੈਂਕਾਂ, ਉਹਨਾਂ ਨੂੰ ਵੱਡੀਆਂ ਬੈਂਕਾਂ 'ਚ ਮਿਲਾਤਾ ਸੀਗਾ। ਵੱਡੀਆਂ ਬੈਂਕਾਂ ਨੂੰ ਮਰਜ ਕਰਤਾ ਸੀ ਵੱਡੀਆਂ ਬੈਂਕਾਂ ਦੇ ਵਿੱਚ ਮਿਲਾ ਕੇ। ਤੇ ਦਾ ਕੀ ਹੋਇਆ ਸੀ ਕਿ ਜਿਹੜੀ ਇਹ ਗਿਣਤੀ ਹੈ ਤੁਹਾਡੀ ਬੈਂਕਾਂ ਦੀ ਉਹ ਘਟਾਤੀ ਸੀ। ਕਿੰਨੀ ਰਹਿ ਗਈ ਹੈ? 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰਤਾ ਸੀ ਤੇ 12 ਰਹਿ ਗਈ ਟੋਟਲ। ਇਹਦਾ ਮਤਲਬ ਪਹਿਲਾਂ 22 ਬੈਂਕਾਂ ਘਟਾ ਕੇ ਤੇ 12 ਕਰਤੀਆਂ। ਸਟੇਟ ਬੈਂਕ ਬੜੇ ਚੱਕਤੇ। ਹਾਂਜੀ, ਦੇਖੋ ਸਭ ਤੋਂ ਆਪਣਾ ਪੰਜਾਬ ਦਾ ਪ੍ਰੈਸਟੀਜੀਅਸ ਸਟੇਟ ਬੈਂਕ ਆਫ ਪਟਿਆਲਾ ਬਹੁਤ ਪੁਰਾਣਾ ਬੈਂਕ ਸੀ ਤੇ ਉਹ ਕਹਿੰਦੇ ਜੀ ਹੁਣ ਇਹਨਾਂ ਨੂੰ ਜਿਹੜੀਆਂ ਬਾਈਆਂ ਦੇ ਵਿੱਚੋਂ ਵੀ ਕਹਿੰਦੇ ਅਸੀਂ ਵੇਚ ਦੇਣਗੇ ਜੀ। ਇਹਦਾ ਮਤਲਬ ਬਾਈਆਂ ਦੇ ਵਿੱਚੋਂ 75% ਵੇਚਣਗੇ ਜੀ। ਸਾਰਾ ਕੁਝ ਹੀ ਕੌਮੀਕਰਨ ਕਰ ਦੇਣਗੇ, ਆਪਣਾ ਤੁਹਾਡਾ ਨਿੱਜੀਕਰਨ ਕਰ ਦੇਣਗੇ। ਤੇ ਨਤੀਜਾ ਕੀ ਹੋਊ ਜੀ ਕਿ ਜਿਨ੍ਹਾਂ ਲੋਕਾਂ ਦੇ ਕੱਲ ਨੂੰ ਪੈਸੇ ਪੂਸੇ ਪਏ, ਸਰਕਾਰੀ ਬੈਂਕ ਦਾ ਬਸ ਇਹੀ ਹੁੰਦਾ ਸੀ ਕਿ ਕਹਿੰਦਾ ਸਰਕਾਰ ਕੋਲੇ ਪੈਸਾ ਡੁੱਬਦਾ ਨਹੀਂ। ਜੇ ਬੈਂਕ ਫੇਲ ਹੋ ਜੂਗੀ ਤਾਂ ਸਰਕਾਰ ਤੁਹਾਨੂੰ ਜਿਹੜਾ ਹੈਗਾ ਪੈਸਾ ਦੇਊਗੀ, ਉਹਦਾ ਪ੍ਰਬੰਧ ਕਰੂਗੀ। ਲੇਕਿਨ ਜਦੋਂ ਚਿੜੀ ਪੂੰਜਾ ਛੜਾ ਕੇ ਉੱਡ ਗਈ, ਮੱਧ ਪ੍ਰਦੇਸ਼ ਦੀ ਤੁਸੀਂ ਜ਼ਿਕਰ ਕੀਤਾ ਸੀ ਜੀ ਜੀ। ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਉਹ ਦਿੱਤਾ ਸੀਗਾ ਵੀ ਲਿਆਓ ਜੀ ਤੁਸੀਂ ਦਿਓ, ਤੇ ਚੈੱਕ ਦਿੱਤੇ ਸੀ, ਚੈੱਕ ਬਾਉਂਸ ਹੋ ਗਏ। ਉਹ ਲੋਕ ਥਾਣੇ ਗਏ, ਲਓ ਜੀ ਸਾਡੇ ਚੈੱਕ ਦਵਾਓ। ਉਹ ਕਹਿੰਦੇ ਨਵੇਂ ਐਕਟ ਦੇ ਮੁਤਾਬਕ ਤੁਹਾਨੂੰ ਤਾਂ ਜਾਣਾ ਪਊਗਾ, SDM ਦੇ ਜਾਣਾ ਪਊਗਾ। ਅਜੇ ਉਹ ਜਿਵੇਂ ਕਣਕ ਖੇਤ ਕੁੜੀ ਪੇਟ ਤੇ ਆ ਜੋ ਆਈਆ ਮੰਡੇ ਖਾ, ਉਹ ਸਥਿਤੀ ਕਾਨੂੰਨ ਨੂੰ ਰੋਕਤਾ ਸੁਪਰੀਮ ਕੋਰਟ ਨੇ, ਉਹਨੂੰ ਇੰਪਲੀਮੈਂਟ ਨਹੀਂ ਹੋਣ ਦਿੱਤਾ। ਤੇ ਹੁਣ ਜਾਣ ਤਾਂ ਲੋਕ ਜਾਣ ਕਿੱਥੇ? ਆਹੀ ਕੁਛ ਹੋਊਗਾ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ
ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਤਾਂ ਫੋਨ ਨੰਬਰ ਹੈ ਜੀ 9164 10666 ਤੇ 98 149 10666।